ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਤੇ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ ਜਾਣੀ ਕਿ CDPO ਦੀਆਂ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਆਪਾਂ ਨੇ ਉਸ ਦੇ ਜਿਹੜਾ ਸਿਲੇਬਸ ਅਸੀਂ ਨੇ ਸਟਾਰਟ ਕੀਤਾ ਹੋਇਆ। ਆਲਰੇਡੀ ਆਪਾਂ ਜਿਹੜੀਆਂ ਕਾਫੀ ਸਾਰੀਆਂ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਨੇ ਪਾਰਟ A ਯੂਨਿਟ 1 ਜਿਹੜੀ ਸਟਾਰਟ ਕੀਤੀ ਹੋਈ ਹੈ। ਜਿਨ੍ਹਾਂ ਨੇ ਉਹ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਪਹਿਲਾਂ ਤੁਸੀਂ ਆਪਣੀਆਂ ਉਹ ਵਾਲੀਆਂ ਵੀਡੀਓਜ਼ ਜ਼ਰੂਰ ਦੇਖੋ ਤਾਂ ਹੀ ਤੁਹਾਨੂੰ ਜਿਹੜਾ ਕਨਸੈਪਟ ਕਲੀਅਰ ਹੋਊਗਾ ਕਿ ਇਹਦੇ ਵਿੱਚ ਆਪਾਂ ਕੀ ਪੜ੍ਹ ਰਹੇ ਹਾਂ। ਇਹ ਨਹੀਂ ਹੈਗਾ ਕਿ ਸਿੱਧਾ ਅਗਰ ਤੁਸੀਂ ਇਹ ਵਾਲੀ ਵੀਡੀਓ 'ਤੇ ਪਹੁੰਚਦੇ ਹੋ ਤਾਂ ਪਿੱਛੇ ਅਗਰ ਨਹੀਂ ਪੜ੍ਹਿਆ ਤੁਸੀਂ ਤਾਂ ਅੱਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਣਾ, ਠੀਕ ਹੈ। ਅਤੇ ਆਪਣਾ ਤੁਸੀਂ ਸਿਲੇਬਸ ਵਗੈਰਾ ਨੋਟ ਕਰਕੇ ਉੱਤੇ ਟਿਕ ਕਰੀ ਜਾਇਓ ਕਿ ਕਿਹੜਾ ਸਿਲੇਬਸ ਆਪਣਾ ਕਵਰ ਹੋ ਗਿਆ ਅਤੇ ਕਿੰਨਾ ਕੁ ਸਿਲੇਬਸ ਜਿਹੜਾ ਆਪਣਾ ਰਹਿੰਦਾ ਮੀਨਸ ਟੌਪਿਕ ਵਗੈਰਾ ਜਿਹੜੇ ਟਿਕ ਕਰੀ ਜਾਇਓ। ਆਪਾਂ ਅੱਜ ਕਰਨ ਲੱਗੇ ਹਾਂ ਪ੍ਰਿੰਸੀਪਲਸ ਆਫ ਡਿਵੈਲਪਮੈਂਟ। ਇਸ ਤੋਂ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਥਿਊਰੀਜ਼ ਡਿਸਕਸ ਕੀਤੀਆਂ ਸੀ ਜੋ ਕਿ ਵੈਰੀ ਇੰਪੋਰਟੈਂਟ ਨੇ। ਉਹਨਾਂ ਵਿੱਚੋਂ ਜ਼ਰੂਰ ਜਿਹੜੇ ਕੁਐਸਚਨ ਦੇਖਣ ਨੂੰ ਮਿਲਦੇ ਨੇ ਜਿਹੜਾ ਥਿਊਰੀਜ਼ ਹੈਗੀਆਂ ਨੇ ਡਿਵੈਲਪਮੈਂਟ ਦੇ ਰਿਲੇਟਡ ਆਪਾਂ ਨੇ ਜੀਨ ਪਿਆਜ਼ੇ, ਕੋਹਲਬਰਗ, ਵਾਈਗੋਟਸਕੀ, ਵਰੂਨਰ ਜਿਹੜੀਆਂ ਥਿਊਰੀਜ਼ ਪੜ੍ਹੀਆਂ ਨੇ ਉਹਨਾਂ ਵਿੱਚੋਂ ਜ਼ਰੂਰ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਦੇਖਣ ਨੂੰ ਮਿਲੂਗਾ। ਚਲੋ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਟਾਰਟ ਕਰਨ ਲੱਗੇ ਹਾਂ ਪ੍ਰਿੰਸੀਪਲਸ ਆਫ ਡਿਵੈਲਪਮੈਂਟ, ਵਿਕਾਸ ਦੇ ਸਿਧਾਂਤ ਜਿਹੜੇ ਆਪਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਿਕਾਸ ਦੇ ਜਿਹੜੇ ਸਿਧਾਂਤ ਨੇ ਇਹਨਾਂ ਦੀ ਜ਼ਰੂਰਤ ਕਿਉਂ ਪਈ। ਡਿਵੈਲਪਮੈਂਟ ਇਜ਼ ਅ ਵਾਈਡ Development is a wide and continuous process, so some principles need to be followed to understand it. ਜਿਹੜੀ ਡਿਵੈਲਪਮੈਂਟ ਹੈ ਕਹਿੰਦੀ ਇੱਕ ਵਾਈਡ ਐਂਡ ਕੰਟੀਨਿਊਸ ਪ੍ਰੋਸੈਸ ਹੈ ਜਿਹੜੀ ਚੱਲਦੀ ਰਹਿੰਦੀ ਹੈ। ਕਹਿੰਦੇ ਇਸ ਲਈ ਜਿਹੜੇ ਕੁਝ ਪ੍ਰਿੰਸੀਪਲ ਦੀ ਜ਼ਰੂਰਤ ਪਈ, ਠੀਕ ਹੈ, ਵਿਕਾਸ ਨੂੰ ਸਮਝਣ ਦੇ ਲਈ। ਟੂ ਬੀ ਫੋਲੋ ਟੂ ਅੰਡਰਸਟੈਂਡ ਇਟ ਕਿਹੜੇ ਪ੍ਰਿੰਸੀਪਲਸ ਨੇ ਉਹ ਅੱਗੇ ਆਪਾਂ ਦੇਖਦੇ ਹਾਂ। ਪ੍ਰਿੰਸੀਪਲ ਆਫ ਕੰਟੀਨਿਊਟੀ ਸਭ ਤੋਂ ਫਸਟ ਨੰਬਰ 'ਤੇ ਜਿਹੜਾ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਕੰਟੀਨਿਊਟੀ। ਵੈਸੇ ਕਾਫੀ ਸਾਰੇ ਪ੍ਰਿੰਸੀਪਲ ਨੇ, ਅਗਰ ਤੁਸੀਂ ਦੇਖੋਗੇ ਅਲੱਗ-ਅਲੱਗ ਬੁੱਕਸ 'ਚ ਤੁਹਾਨੂੰ ਬਹੁਤ ਸਾਰੇ ਪ੍ਰਿੰਸੀਪਲ 14, 15 ਇਸ ਤੋਂ ਵੀ ਜ਼ਿਆਦਾ ਪ੍ਰਿੰਸੀਪਲ ਦੇਖਣ ਨੂੰ ਮਿਲ ਜਾਣਗੇ। ਬਟ ਆਪਾਂ ਨੇ ਇੱਥੇ ਟੋਟਲ ਜਿਹੜੇ 10 ਪ੍ਰਿੰਸੀਪਲ ਨੇ ਉਹ ਨੋਟ ਕੀਤੇ ਹੈ ਜੋ ਕਿ ਵੈਰੀ ਇੰਪੋਰਟੈਂਟ ਹੈ। ਉਹਨਾਂ 'ਚੋਂ ਹੀ ਕੁਐਸਚਨ ਜਿਹੜਾ ਪੇਪਰ 'ਚ ਦੇਖਣ ਨੂੰ ਮਿਲੂਗਾ। ਪ੍ਰਿੰਸੀਪਲ ਆਫ ਕੰਟੀਨਿਊਟੀ ਮਤਲਬ ਦੇਖੋ ਕਹਿੰਦੇ ਜਿਹੜਾ ਇਹ ਡਿਵੈਲਪਮੈਂਟ ਹੈ, ਵਿਕਾਸ ਹੈ, ਹਮੇਸ਼ਾ ਚੱਲਦਾ ਰਹਿੰਦਾ ਹੈ, ਕਦੇ ਵੀ ਰੁਕਦਾ ਨਹੀਂ, ਹਮੇਸ਼ਾ ਚੱਲਦਾ ਰਹਿੰਦਾ ਹੈ। ਬਰਥ ਟੂ ਲਾਈਫ ਲੌਂਗ, ਬੌਮ ਟੂ ਟੌਮ, ਗਰਭ ਤੋਂ ਕਬਰ ਤੱਕ ਜਿਹੜਾ ਵਿਕਾਸ ਹੈ ਉਹ ਚੱਲਦਾ ਰਹਿੰਦਾ ਹੈ। ਕੰਟੀਨਿਊਸ ਪ੍ਰੋਸੈਸ ਹੈ ਜਿਹੜਾ ਇਹ ਡਿਵੈਲਪਮੈਂਟ ਇੱਕ ਹਮੇਸ਼ਾ ਚੱਲਦਾ ਰਹਿੰਦਾ, ਕਦੇ ਵੀ ਰੁਕਦਾ ਨਹੀਂ। ਮੀਨਸ ਬੱਚਾ ਮਾਂ ਦੇ ਪੇਟ ਤੋਂ ਲੈ ਕੇ ਕਬਰ ਤੱਕ ਡੇਲੀ ਜਿਹੜਾ ਕੁਛ ਨਾ ਕੁਛ ਸਿੱਖਦਾ ਹੈ, ਵਿਕਾਸ ਹੁੰਦਾ ਹੈ, ਡਿਵੈਲਪਮੈਂਟ ਹੁੰਦੀ ਹੈ, ਠੀਕ ਹੈ। ਨੈਕਸਟ ਪ੍ਰਿੰਸੀਪਲ ਸੈਕਿੰਡ ਵੈਰੀ ਇੰਪੋਰਟੈਂਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਡਿਵੈਲਪਮੈਂਟ ਡਾਇਰੈਕਸ਼ਨ, ਵਿਕਾਸ ਦੀ ਦਿਸ਼ਾ ਦਾ ਪ੍ਰਿੰਸੀਪਲ। ਵਿਕਾਸ ਦੀ ਦਿਸ਼ਾ ਦਾ ਪ੍ਰਿੰਸੀਪਲ ਜਿਹੜਾ ਆਪਾਂ ਡਿਸਕਸ ਕਰਾਂਗੇ। ਇਹਦੇ ਵਿੱਚ ਵੀ ਅੱਗੇ 2 ਟਾਈਪਸ ਨੇ। ਫਸਟ ਜੇ ਅਸੀਂ ਗੱਲ ਕਰੀਏ ਸਾਡੇ ਕੋਲ ਆ ਗਿਆ ਸਫੈਲੋਕੌਡਲ ਸੀਕੁਐਂਸ। ਸਫੈਲੋਕੌਡਲ ਸੀਕੁਐਂਸ ਮਤਲਬ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਆਕਰਸ ਫਰੋਮ ਹੈਡ ਟੂ ਟੋਏ, ਮਤਲਬ ਕਿ ਹੈਡ ਤੋਂ ਲੈ ਕੇ ਬੱਚੇ ਦੇ ਜਿਹੜਾ ਟੋਏ ਹੈ ਸਿਰ ਤੋਂ ਪੈਰ ਦੇ ਅੰਗੂਠੇ ਦੀ ਤਰਫ ਜਿਹੜੀ ਡਿਵੈਲਪਮੈਂਟ ਹੁੰਦੀ ਹੈ। ਕਹਿੰਦੇ ਮੀਨਸ ਕਿ ਜੇ ਆਪਾਂ ਐਗਜ਼ਾਮਪਲ ਦੇ ਕੇ ਸਮਝਣਾ ਹੋਵੇ ਤੁਸੀਂ ਕਹੋਗੇ ਕਿ ਹੈਡ ਤੋਂ ਟੋਏ ਤੱਕ ਕਿਵੇਂ ਡਿਵੈਲਪਮੈਂਟ ਹੁੰਦੀ ਹੈ। ਕੋਈ ਵੀ ਬੱਚਾ ਹੈ ਪਹਿਲਾਂ ਆਪਣਾ ਕੀ ਕਰਦਾ, ਕਹਿੰਦੇ ਉਹ ਬੱਚਾ ਸਿਰ ਸੰਭਾਲਣਾ ਸਿੱਖਦਾ ਹੈ, ਫਿਰ ਜਿਹੜੇ ਬੋਡੀ ਦੇ ਮਤਲਬ ਕਿ ਬਾਕੀ ਪਾਰਟਸ ਨੇ ਬੱਚੇ ਦਾ ਮਤਲਬ ਉਹਨਾਂ 'ਤੇ ਕੰਟਰੋਲ ਆਊਗਾ। ਪਹਿਲਾਂ ਜਿਹੜਾ ਬੱਚਾ ਆਪਣਾ ਸਿਰ ਸੰਭਾਲਣਾ ਸਿੱਖਦਾ, ਹੌਲੀ ਹੌਲੀ ਜਿਹੜੇ ਬੋਡੀ ਦੇ ਬਾਕੀ ਪਾਰਟਸ ਨੇ
ਉਹਨਾਂ 'ਤੇ ਕੰਟਰੋਲ ਆਊਗਾ ਜਿਹੜਾ ਬੱਚੇ ਦਾ। ਮੀਨਸ ਜਿਹੜੀ ਡਿਵੈਲਪਮੈਂਟ ਹੈਡ ਤੋਂ ਟੋਏ ਤੱਕ ਜਿਹੜੀ ਇਹ ਚੱਲਦੀ ਹੈ, ਸਿਰ ਤੋਂ ਜਿਹੜੀ ਪੈਰ ਦੇ ਅੰਗੂਠੇ ਤੱਕ ਚੱਲਦੀ ਹੈ। ਬੱਚਾ ਜਿਹੜਾ ਪਹਿਲਾਂ ਬੈਠਣਾ ਸਿੱਖਦਾ ਹੈ, ਠੀਕ ਹੈ, ਫਿਰ ਰੁੜਨਾ ਸਿੱਖਦਾ ਹੈ, ਫਿਰ ਥੋੜ੍ਹਾ ਥੋੜ੍ਹਾ ਤੁਰਨਾ ਸਿੱਖਦਾ, ਚੱਲਣਾ ਸਿੱਖਦਾ ਹੈ। ਐਵੇਂ ਜਿਹੜੀ ਡਿਵੈਲਪਮੈਂਟ ਉਹ ਅਕਰ ਹੁੰਦੀ ਹੈ। ਮੀਨਸ ਅਗਰ ਤੁਹਾਨੂੰ ਪੁੱਛਣਗੇ ਵੀ ਜਿਹੜੀ ਵਿਕਾਸ ਹੈ ਜਿਹੜਾ ਸਿਰ ਤੋਂ ਪੈਰ ਦੇ ਅੰਗੂਠੇ ਤੱਕ ਹੈਡ ਟੂ ਟੋਏ, ਤਾਂ ਉਹਦੇ ਵਿੱਚ ਆਪਾਂ ਸਫੈਲੋਪੋਡਲ ਜਿਹੜੀ ਸੀਕੁਐਂਸ ਦੀ ਗੱਲ ਕਰਾਂਗੇ, ਪ੍ਰਿੰਸੀਪਲ ਆਫ ਡਿਵੈਲਪਮੈਂਟ ਡਾਇਰੈਕਸ਼ਨ ਦੀ ਗੱਲ ਕਰਾਂਗੇ। ਨੈਕਸਟ ਸੈਕਿੰਡ ਸਾਡੇ ਕੋਲ ਆ ਗਿਆ ਪ੍ਰੋਕਸੀਮੋਡਿਸਟਰਲ ਸੀਕੁਐਂਸ। ਪ੍ਰੋਕਸੀਮੋਡਿਸਟਰਲ ਸੀਕੁਐਂਸ ਮਤਲਬ ਜਿਹੜੀ ਡਿਵੈਲਪਮੈਂਟ occurs from central portions of the body to the outer part। ਪਿਛਲੇ ਵਿੱਚ ਆਪਾਂ ਨੇ ਪੜ੍ਹਿਆ ਸੀ ਹੈਡ ਤੋਂ ਟੋਏ ਤੱਕ। ਇਹਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਵੀ ਜਿਹੜੀ ਡਿਵੈਲਪਮੈਂਟ ਹੈ, ਮਤਲਬ ਕਿ ਇਹ ਲਾ ਲਓ ਵੀ ਕੋਈ ਵੀ ਜਿਹੜਾ ਬੱਚਾ ਹੈ, ਮੀਨਸ ਉਹਦੇ ਜਿਹੜੀ ਡਿਵੈਲਪਮੈਂਟ ਹੋਊਗੀ ਸੈਂਟਰ ਪੋਰਸ਼ਨ, ਰੀੜ੍ਹ ਦੀ ਹੱਡੀ ਹੋ ਗਿਆ, ਠੀਕ ਹੈ, ਹਾਰਟ ਹੋ ਗਿਆ, ਸੈਂਟਰ ਪੋਰਸ਼ਨ ਤੋਂ ਉਹਦੀਆਂ ਜਿਵੇਂ ਬਾਹਾਂ ਲਾ ਲਓ, ਸੈਂਟਰ ਪੋਰਸ਼ਨ ਤੋਂ ਜਿਹੜੇ ਆਊਟਰ ਪਾਰਟਸ ਤੱਕ ਹੋਊਗੀ। ਮੀਨਸ ਕਿ ਜਿਹੜਾ ਪਹਿਲਾਂ ਬੱਚਾ ਜਦੋਂ ਰੋਂਦਾ ਹੈ ਤਾਂ ਪੂਰਾ ਜਿਹੜਾ ਆਪਣੇ ਸਰੀਰ ਨਾਲ ਰੋਂਦਾ, ਜਦੋਂ ਬੱਚਾ ਰੋਂਦਾ ਪੂਰਾ ਜਿਹੜਾ ਉਹਦਾ ਸਰੀਰ ਹਿੱਲਦਾ। ਹੌਲੀ ਹੌਲੀ ਕੀ ਕਰਦਾ, ਜਿਹੜਾ ਉਹ ਕੰਟਰੋਲ ਆਉਣਾ ਸ਼ੁਰੂ ਹੋ ਜਾਂਦਾ। ਪਹਿਲਾਂ ਆਰਮਸ 'ਤੇ ਕੰਟਰੋਲ ਆਉਣਾ ਸ਼ੁਰੂ ਹੋ ਜਾਂਦਾ, ਫਿਰ ਜਿਹੜਾ ਬੱਚਾ ਹੌਲੀ ਹੌਲੀ ਆਰਮਸ ਤੋਂ ਜਿਹੜੇ ਉਹਦੇ ਹੈਂਡ ਨੇ ਉਹਨਾਂ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ। ਹੌਲੀ ਹੌਲੀ ਜਿਹੜੀ ਪੂਰੀ ਬੋਡੀ 'ਤੇ ਜਿਹੜਾ ਬੱਚੇ ਦਾ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਮੀਨਸ ਸੈਂਟਰ ਤੋਂ ਕੰਟਰੋਲ ਹੁੰਦਾ ਜਿਹੜਾ ਉਹ ਮਤਲਬ ਕਿ ਕੰਟਰੋਲ ਹੈ ਜਿਹੜਾ ਕਹਿੰਦੇ ਜਿਹੜਾ ਸੈਂਟਰ ਪੋਰਸ਼ਨ ਤੋਂ ਜਿਹੜੀ ਡਿਵੈਲਪਮੈਂਟ ਆ ਆਊਟਰ ਪਾਰਟਸ ਤੱਕ ਹੁੰਦੀ ਹੈ, ਸੈਂਟਰ ਤੋਂ ਬਾਹਰ ਤਰਫ ਜਿਹੜਾ ਉਹ ਕੰਟਰੋਲ ਆਉਂਦਾ ਉਹਦੇ 'ਚ। ਆਪਾਂ ਜਾਂ ਕਹਿ ਸਕਦੇ ਹਾਂ ਇਹਨੂੰ ਇਰੇਜ਼ ਕਰ ਦਿੰਦੇ ਹਾਂ ਆਪਾਂ। ਸੈਂਟਰ ਤੋਂ ਪੈਰੀਫੇਰੀ ਮਤਲਬ ਕਿ ਸੈਂਟਰ ਤੋਂ, ਹਾਰਟ ਤੋਂ, ਰੀੜ੍ਹ ਦੀ ਹੱਡੀ ਤੋਂ, ਸੀਮਾਵਾਂ ਜਿਵੇਂ ਬਾਹਾਂ ਹੋ ਗਈਆਂ, ਜਿਹੜੀਆਂ ਬਾਹਾਂ ਨੇ ਸੈਂਟਰ ਤੋਂ ਜਿਹੜੀਆਂ ਸੀਮਾਵਾਂ ਨੇ ਉਹਦੇ ਤੱਕ ਜਿਹੜਾ ਕੰਟਰੋਲ ਆਉਂਦਾ। ਕਈ ਵਾਰੀ ਉਹ ਪੁੱਛ ਲੈਂਦੇ ਨੇ ਕਿ ਸੈਂਟਰ ਤੋਂ ਪੈਰੀਫੇਰੀ ਤੱਕ ਜਦੋਂ ਗੱਲ ਕਰਦੇ ਨੇ ਤਾਂ ਉਦੋਂ ਪ੍ਰੋਕਸੀਮੋਡਿਸਟਰਲ ਜਿਹੜੀ ਸੀਕੁਐਂਸ ਹੈ ਉਹਦੀ ਹੀ ਗੱਲ ਹੋ ਰਹੀ ਹੈ। ਜਦੋਂ ਜਿਹੜੀ ਬੱਚੇ 'ਚ ਕਹਿੰਦੇ ਜਿਹੜੀ ਡਿਵੈਲਪਮੈਂਟ ਹੈ, ਪਿਛਲੇ 'ਚ ਆਪਾਂ ਪੜ੍ਹਿਆ ਸੀ ਕਿ ਡਿਵੈਲਪਮੈਂਟ ਜਿਹੜੀ ਹੈਡ ਟੂ ਟੋਏ, ਕਿ ਬੱਚਾ ਪਹਿਲਾਂ ਆਪਣਾ ਜਿਵੇਂ ਸਿਰ ਆ ਉਹਨੂੰ ਕੰਟਰੋਲ ਕਰਨਾ ਸਿੱਖਦਾ, ਫਿਰ ਅੱਗੇ ਬਾਕੀ ਨੀਚੇ ਨੂੰ ਆਉਂਦੇ ਬਾਕੀ ਬਾਡੀ ਪਾਰਟਸ ਨੂੰ ਕੰਟਰੋਲ ਕਰਨਾ ਸਿੱਖਦਾ। ਇਹਦੇ ਵਿੱਚ ਜਿਹੜਾ ਬੱਚਾ ਪਹਿਲਾਂ ਸੈਂਟਰ ਪੋਰਸ਼ਨ ਹੈਗਾ ਜਿਹੜਾ ਬੋਡੀ ਉਹਨੂੰ ਕੰਟਰੋਲ ਕਰਨਾ ਸਿੱਖਦਾ, ਫਿਰ ਜਿਹੜੇ ਉਹਦੇ ਆਊਟਰ ਪਾਰਟਸ ਨੇ ਉਹਨਾਂ ਨੂੰ ਕੰਟਰੋਲ ਕਰਨਾ ਸਿੱਖਦਾ। ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਉਹ ਸਫੀਸ਼ੀਐਂਟ ਹੈ, ਇਸ ਤੋਂ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ, ਸਫੀਸ਼ੀਐਂਟ ਹੈ। ਮੈਂ ਇੱਕ ਵਾਰੀ ਦੁਬਾਰਾ ਦੱਸ ਦਿੰਦੀ ਹਾਂ। ਜਿਹੜਾ ਆਪਣੇ ਕੋਲ ਸੈਕਿੰਡ ਹੈ ਪ੍ਰਿੰਸੀਪਲ ਆਫ ਡਿਵੈਲਪਮੈਂਟ ਡਾਇਰੈਕਸ਼ਨ, ਠੀਕ ਹੈ, ਵਿਕਾਸ ਦੀ ਦਿਸ਼ਾ ਦਾ ਸਿਧਾਂਤ ਹੈ। ਸਫੈਲੋਕੋਡਲ ਸੀਕੁਐਂਸ, ਹੈਡ ਟੂ ਟੋਏ ਤੇ ਪ੍ਰੋਕਸੀਮੋਡਿਸਟਰਲ ਸੀਕੁਐਂਸ, ਸੈਂਟਰਲ ਪੋਰਸ਼ਨ ਆਫ ਦਾ ਬੋਡੀ ਟੂ ਦਾ ਆਊਟਰ ਪਾਰਟਸ। ਸਮਝ ਲੱਗ ਗਈ ਹੋਣੀ ਹੈ ਤੁਹਾਨੂੰ। ਨੈਕਸਟ, ਡਿਵੈਲਪਮੈਂਟ ਫੋਲੋਜ਼ ਆ ਫਿਕਸਡ ਪੈਟਰਨ। ਥਰਡ ਨੰਬਰ 'ਤੇ ਸਾਡੇ ਕੋਲ ਆ ਗਿਆ ਕਿ ਡਿਵੈਲਪਮੈਂਟ ਫੋਲੋ ਆ ਫਿਕਸਡ ਪੈਟਰਨ, ਜਾਂ ਇਹਨੂੰ ਆਪਾਂ ਬੋਲ ਸਕਦੇ ਹਾਂ ਪ੍ਰਿੰਸੀਪਲ ਆਫ ਯੂਨੀਫਾਰਮ ਪੈਟਰਨ। ਫਿਕਸਡ ਪੈਟਰਨ, ਯੂਨੀਫਾਰਮ ਪੈਟਰਨ ਮਤਲਬ ਕਿ ਮੰਨ ਲਓ ਬੱਚਾ ਜਿਹੜਾ ਕਿਸੇ ਵੀ ਕੰਟਰੀ 'ਚ ਰਹਿ ਰਿਹਾ ਬੱਚਾ, ਚਾਹੇ ਉਹ USA ਰਹਿ ਰਿਹਾ ਹੈ, ਚਾਹੇ ਉਹ ਇੰਡੀਆ ਰਹਿ ਰਿਹਾ ਹੈ, ਚਾਹੇ ਕੈਨੇਡਾ ਰਹਿ ਰਿਹਾ, ਕਿਤੇ ਵੀ ਪਾਕਿਸਤਾਨ ਰਹਿ ਰਿਹਾ, ਇਟਲੀ ਰਹਿ ਰਿਹਾ, ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ 'ਚ ਅਗਰ ਬੱਚਾ ਰਹਿ ਰਿਹਾ ਤਾਂ ਜਿਹੜੀ ਉਹਦੀ ਡਿਵੈਲਪਮੈਂਟ ਆ ਫਿਕਸਡ ਪੈਟਰਨ ਜਿਹੜਾ ਫੋਲੋ ਕਰੂ। ਯੂਨੀਫਾਰਮ ਪੈਟਰਨ ਹੈ ਜਿਹੜਾ ਫਿਕਸਡ ਪੈਟਰਨ। ਯੂਨੀਫਾਰਮ ਪੈਟਰਨ ਮੀਨਸ ਮੰਨ ਕੇ ਜੇ ਆਪਾਂ ਐਗਜ਼ਾਮਪਲ ਦੇਖਣੀ ਹੋਵੇ, ਕੋਈ ਵੀ ਬੱਚਾ ਜਿਹੜਾ ਜਿਵੇਂ ਆਪਾਂ ਨਾ ਇੱਥੇ ਕੋਈ ਇੱਕ ਖਾਲੀ ਪੇਜ ਲੈ ਲੈਂਦੇ ਹਾਂ, ਉਹ 'ਤੇ ਤੁਹਾਨੂੰ ਸਮਝਾ ਦਿੰਦੇ ਹਾਂ। ਮੀਨਸ ਕੋਈ ਵੀ ਬੱਚਾ ਜਿਵੇਂ ਆਪਾਂ ਉਹਦੇ 'ਚ ਇਨਫੈਂਸੀ ਵਾਲੀ ਸਟੇਜ ਦੇਖਦੇ ਹਾਂ,
ਫਿਰ ਇਨਫੈਂਸੀ ਤੋਂ ਬਾਅਦ ਆਪਾਂ ਉਹਦੇ 'ਚ ਚਾਈਲਡਹੁੱਡ ਦੇਖਦੇ ਹਾਂ, अर्ਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ। ਫਿਰ ਉਹ ਤੋਂ ਬਾਅਦ ਆਪਾਂ ਉਹਦੇ 'ਚ ਐਡੋਲਸੈਂਸ ਦੇਖਦੇ ਹਾਂ। ਫਿਕਸਡ ਪੈਟਰਨ ਮਤਲਬ ਚਾਹੇ ਕਿਸੇ ਵੀ ਕੰਟਰੀ 'ਚ ਹੈ ਬੱਚਾ, ਪਹਿਲਾਂ ਉਹਦੇ 'ਚ ਜਿਵੇਂ ਆਪਾਂ ਇਨਫੈਂਸੀ ਤੋਂ ਬਾਅਦ ਉਹਦੇ 'ਚ ਚਾਈਲਡਹੁੱਡ ਹੀ ਆਊਗੀ ਸਟੇਜ, ਚਾਈਲਡਹੁੱਡ ਤੋਂ ਬਾਅਦ ਹੀ ਐਡੋਲਸੈਂਸ ਸਟੇਜ ਦੇਖਣ ਨੂੰ ਮਿਲੂਗੀ। ਕਿ ਐਵੇਂ ਹੁੰਦਾ ਕਿ ਅਗਰ ਬੱਚਾ ਅਮੈਰੀਕਾ ਦਾ ਕਿ ਉੱਥੇ ਉਹਨੂੰ ਸੁੱਖ ਸਹੂਲਤਾਂ ਜ਼ਿਆਦਾ ਮਿਲ ਰਹੀਆਂ ਨੇ ਤਾਂ ਕਿ ਉਹਦੇ 'ਚ ਇਨਫੈਂਸੀ ਤੋਂ ਬਾਅਦ ਸਿੱਧਾ ਐਡੋਲਸੈਂਸ ਦੇਖਣ ਨੂੰ ਮਿਲੂਗੀ, ਨਹੀਂ, ਐਵੇਂ ਦਾ ਕੁਝ ਵੀ ਨਹੀਂ ਹੁੰਦਾ। ਕਿਸੇ ਵੀ ਕੰਟਰੀ 'ਚ ਬੱਚਾ ਪਹਿਲਾਂ ਇਨਫੈਂਸੀ ਹੋ ਗਿਆ, ਇਨਫੈਂਸੀ ਤੋਂ ਬਾਅਦ ਚਾਈਲਡਹੁੱਡ, ਚਾਈਲਡਹੁੱਡ ਤੋਂ ਬਾਅਦ ਐਡੋਲਸੈਂਸ, ਜਿਹੜੀਆਂ ਵੀ ਵਿਕਾਸ ਦੀਆਂ ਜਿਹੜੀਆਂ ਸਟੇਜਸ ਨੇ, ਡਿਵੈਲਪਮੈਂਟ ਦੀਆਂ ਜਿਹੜੀਆਂ ਸਟੇਜਸ ਨੇ, ਉਹੀ ਜਿਹੜੀਆਂ ਬੱਚੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਪਹਿਲਾਂ ਬੱਚਾ ਬੈਠਣਾ ਸਿੱਖਦਾ ਹੈ, ਹੌਲੀ ਹੌਲੀ ਫਿਰ ਉਹ ਮਤਲਬ ਕਿ ਰੁੜਨਾ ਸਿੱਖਦਾ ਹੈ, ਖੜਨਾ ਸਿੱਖਦਾ, ਫਿਰ ਚੱਲਣਾ, ਫਿਰ ਦੌੜਨਾ। ਐਵੇਂ ਤਾਂ ਨਹੀਂ ਕਿ ਅਗਰ ਬੱਚਾ ਕੈਨੇਡਾ 'ਚ ਰਹਿ ਰਿਹਾ ਕਿ ਉਹ ਬੈਠਣ ਤੋਂ ਬਾਅਦ ਸਿੱਧਾ ਹੀ ਦੌੜਨਾ ਸ਼ੁਰੂ ਕਰ ਦੂ, ਨਹੀਂ, ਜਿਹੜੀ ਡਿਵੈਲਪਮੈਂਟ ਆ ਉਹ ਕੀ ਆ, ਫਿਕਸਡ ਪੈਟਰਨ ਹੈ। ਅੱਗੇ ਆਪਾਂ ਪੜ੍ਹਦੇ ਹਾਂ ਪ੍ਰੀ ਨੈਟਲ ਮਤਲਬ ਬਿਫੋਰ ਬਰਥ ਐਂਡ ਪੋਸਟ ਨੈਟਲ ਮਤਲਬ ਆਫਟਰ ਬਰਥ। ਡਿਵੈਲਪਮੈਂਟ ਆਫ ਹਿਊਮਨ ਬੀਇੰਗਸ ਫੋਲੋਜ਼ ਆ ਫਿਕਸਡ ਪੈਟਰਨ। ਬੱਚੇ ਦੇ ਜਨਮ ਤੋਂ ਪਹਿਲਾਂ ਜਾਂ ਫਿਰ ਬੱਚੇ ਦੇ ਜਨਮ ਤੋਂ ਬਾਅਦ ਜਿਹੜੀ ਡਿਵੈਲਪਮੈਂਟ ਹੈ ਹਿਊਮਨ ਬੀਇੰਗਸ ਦੇ ਵਿੱਚ ਕਹਿੰਦੇ ਉਹ ਫਿਕਸਡ ਪੈਟਰਨ ਫੋਲੋ ਕਰੂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਬੱਚੇ ਦਾ ਜਦੋਂ ਜਨਮ ਹੋ ਗਿਆ ਤਾਂ ਉਦੋਂ ਹੀ ਬੱਚੇ ਦੇ ਵਿੱਚ ਆਪਾਂ ਬੈਠਣਾ ਖੜਨਾ ਇਹ ਚੀਜ਼ਾਂ ਨੂੰ ਦੇਖ ਕੇ ਫਿਕਸਡ ਪੈਟਰਨ ਜਾਂ ਯੂਨੀਫਾਰਮ ਪੈਟਰਨ ਦੀ ਗੱਲ ਕਰਾਂਗੇ, ਨਹੀਂ, ਐਵੇਂ ਦਾ ਕੁਛ ਨਹੀਂ। ਬਿਫੋਰ ਬਰਥ, ਆਫਟਰ ਬਰਥ। ਹੁਣ ਦੇਖੋ ਬਿਫੋਰ ਬਰਥ ਜੇ ਆਪਾਂ ਗੱਲ ਕਰੀਏ ਜਿਹੜੇ ਬਾਡੀ ਪਾਰਟਸ ਨੇ ਡਿਵੈਲਪ ਹੁੰਦੇ ਨੇ, ਠੀਕ ਹੈ, ਇਕੁਅਲੀ ਜਿਹੜੀ ਫਿਕਸਡ ਪੈਟਰਨ ਹੁੰਦਾ ਕਿ ਪਹਿਲਾਂ ਇਹ ਵਾਲਾ ਬਾਡੀ ਪਾਰਟ ਡਿਵੈਲਪ ਹੋ, ਨੈਕਸਟ ਏ, ਇਸ ਤਰ੍ਹਾਂ ਪੂਰਾ ਜਿਹੜਾ ਬੱਚੇ ਦਾ ਵਿਕਾਸ ਹੁੰਦਾ ਹੈ। ਇਸ ਲਈ ਇਹ ਪ੍ਰਿੰਸੀਪਲ ਨੂੰ ਆਪਾਂ ਪ੍ਰਿੰਸੀਪਲ ਆਫ ਯੂਨੀਫਾਰਮ ਪੈਟਰਨ ਬੋਲਦੇ ਹਾਂ। ਸੈਕਿੰਡ ਸਾਡੇ ਕੋਲ ਆ ਗਿਆ ਫਿਜ਼ੀਕਲ ਡਿਵੈਲਪਮੈਂਟ, ਲੈਂਗੁਏਜ ਡਿਵੈਲਪਮੈਂਟ ਐਂਡ ਇੰਟਲੈਕਚੁਅਲ ਡਿਵੈਲਪਮੈਂਟ। ਇਹ ਵੀ ਜਿਹੜਾ ਫਿਕਸਡ ਪੈਟਰਨ ਫੋਲੋ ਕਰਦੇ ਨੇ। ਮੰਨਿਆ ਕਿ ਬੱਚਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਅਗਰ ਸੇਮ ਕਲਾਸ ਦੇ ਬੱਚੇ ਨੇ, ਠੀਕ ਹੈ, ਉਹਨਾਂ ਦੇ ਵਿੱਚ ਫਿਜ਼ੀਕਲੀ ਥੋੜ੍ਹਾ ਮੋਟਾ ਆਪਾਂ ਨੂੰ ਡਿਫਰੈਂਸ ਦੇਖਣ ਨੂੰ ਮਿਲਦਾ ਹੈ, ਇੰਟਲੈਕਚੁਅਲੀ ਵੀ ਹਰੇਕ ਤਰੀਕੇ ਨਾਲ। ਉਹ ਆਪਾਂ ਨੈਕਸਟ ਜਿਹੜਾ ਪ੍ਰਿੰਸੀਪਲ ਆ ਉਹ 'ਚ ਗੱਲ ਕਰਾਂਗੇ। ਇੱਥੇ ਜੇ ਗੱਲ ਕਰੀਏ ਫਿਜ਼ੀਕਲੀ ਵੀ, ਲੈਂਗੁਏਜ ਡਿਵੈਲਪਮੈਂਟ ਦੇ ਅਕੋਰਡਿੰਗ ਵੀ ਅਤੇ ਬੌਧਿਕ ਵਿਕਾਸ ਇੰਟਲੈਕਚੁਅਲ ਡਿਵੈਲਪਮੈਂਟ ਦੇ ਅਕੋਰਡਿੰਗ ਵੀ ਜਿਹੜਾ ਫਿਕਸਡ ਪੈਟਰਨ ਦੇਖਣ ਨੂੰ ਮਿਲਦਾ ਹੈ ਉਹ ਕਿਵੇਂ, 5th ਕਲਾਸ ਦੇ ਵਿੱਚ 2 ਬੱਚੇ ਨੇ ਮੰਨ ਕੇ ਚੱਲੋ, ਇੱਕ 10th ਕਲਾਸ 'ਚ 2 ਬੱਚੇ ਨੇ, 2 ਨਾ ਲਾਓ, ਮੰਨ ਲਓ ਇੱਕ 5th ਕਲਾਸ ਦਾ ਬੱਚਾ, ਇੱਕ 10th ਕਲਾਸ ਦਾ ਬੱਚਾ ਹੈ। 5th ਕਲਾਸ ਦੇ ਬੱਚੇ ਦੀ ਹਾਈਟ ਉਹਦੇ ਅਕੋਰਡਿੰਗ ਹੋਊਗੀ, 10th ਕਲਾਸ ਦੇ ਬੱਚੇ ਦੀ ਹਾਈਟ ਉਹਦੇ ਅਕੋਰਡਿੰਗ ਹੋ, ਵੇਟ ਉਹਦੇ ਅਕੋਰਡਿੰਗ ਹੋ, ਲੈਂਗੁਏਜ ਡਿਵੈਲਪਮੈਂਟ ਉਹਦੇ 'ਚ ਆਪਣੀ ਏਜ ਦੇ ਅਕੋਰਡਿੰਗ ਹੋ, ਅਤੇ ਇੰਟਲੈਕਚੁਅਲ ਡਿਵੈਲਪਮੈਂਟ ਇਹ ਤਾਂ ਨਹੀਂ ਹੈਗਾ ਕਿ 5th ਕਲਾਸ ਦੇ ਬੱਚੇ ਨੂੰ ਅਗਰ ਤੁਸੀਂ 10th ਕਲਾਸ ਦਾ ਜਿਹੜਾ ਮੈਥ ਆ ਉਹ ਮਤਲਬ ਕਿ ਸੋਲਵ ਕਰਵਾਓ ਤਾਂ ਤੁਸੀਂ ਇਹ ਮੰਨ ਲਓਗੇ ਕਿ ਬੱਚਾ 5th 6th 7th 8th ਬਾਰੇ ਹਲੇ ਕੁਛ ਪੜ੍ਹਿਆ ਨਹੀਂ, ਸਿੱਧਾ 10th ਕਲਾਸ ਦਾ ਮੈਥ ਜਿਹੜਾ ਸੋਲਵ ਕਰ ਦੂ, ਨਹੀਂ, ਐਵੇਂ ਦਾ ਕੁਛ ਨਹੀਂ ਹੁੰਦਾ। ਬਿਫੋਰ ਬਰਥ, ਆਫਟਰ ਬਰਥ ਉਹਦੀ ਬਾਡੀ, ਬੈਠਣਾ, ਖੜਨਾ, ਉੱਠਣਾ, ਇਹਨਾਂ ਨੂੰ ਦੇਖ ਕੇ ਵੀ ਆਪਾਂ ਕਹਿੰਦੇ ਹਾਂ ਵੀ ਫਿਕਸਡ ਪੈਟਰਨ ਹੈ। ਉਹ ਤੋਂ ਬਿਨਾਂ ਫਿਜ਼ੀਕਲੀ, ਲੈਂਗੁਏਜ, ਇੰਟਲੈਕਚੁਅਲੀ ਡਿਵੈਲਪਮੈਂਟ ਦੇ ਅਕੋਰਡਿੰਗ ਵੀ ਜਿਹੜਾ ਫਿਕਸਡ ਪੈਟਰਨ ਫੋਲੋ ਹੁੰਦਾ ਹੈ। ਏਜ ਦੇ ਅਕੋਰਡਿੰਗ ਹੀ ਜਿਹੜਾ ਬੱਚਾ ਹੈ ਉਹ ਕੀ ਕਰਦਾ ਆਪਣਾ ਜਿਹੜਾ ਸਿੱਖਦਾ, ਠੀਕ ਹੈ। 4th ਪ੍ਰਿੰਸੀਪਲ ਇੰਡੀਵਿਜੂਅਲ ਡਿਫਰੈਂਸ। ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ ਮਤਲਬ ਕਿ ਦੇਖੋ ਜਿਵੇਂ ਪਿਛਲੇ 'ਚ ਆਪਾਂ ਫਿਕਸਡ ਪੈਟਰਨ ਦੀ ਗੱਲ ਕਰੀ ਹੈ, ਉਹਦੇ 'ਚ ਆਪਾਂ ਮੇਨ ਇਹ ਗੱਲ ਕਰੀ ਸੀ ਕਿ ਹਰੇਕ ਬੱਚਾ ਪਹਿਲਾਂ ਬੈਠਣਾ ਸਿੱਖੂ, ਫਿਰ ਰੁੜਨਾ ਸਿੱਖੂ, ਮੀਨਸ ਖੜਨਾ ਸਿੱਖੂ, ਚੱਲਣਾ ਸਿੱਖੂ, ਦੌੜਨਾ। ਹੁਣ ਆ ਗਈ ਗੱਲ ਇੰਡੀਵਿਜੂਅਲ ਡਿਫਰੈਂਸ ਦੀ। ਹੁਣ ਜੇ ਅਸੀਂ ਡਿਟੇਲ 'ਚ ਪੜ੍ਹੀਏ ਵੀ ਜ਼ਰੂਰੀ ਨਹੀਂ ਹੈਗਾ, ਮੰਨ ਲਓ ਕਿ ਇੱਕ 9 ਮੰਥ ਦਾ ਬੱਚਾ ਹੈ, 9 ਮਹੀਨੇ ਦਾ ਬੱਚਾ, ਕਿ ਉਹ ਥੋੜ੍ਹਾ ਚੱਲਣਾ ਸ਼ੁਰੂ ਕਰਦਾ। ਕੋਈ ਬੱਚਾ ਜਿਹੜਾ 10 ਮੰਥ 'ਚ ਥੋੜ੍ਹਾ ਚੱਲਣਾ ਸ਼ੁਰੂ ਕਰਦਾ। ਕਈ ਬੱਚੇ ਆਪਾਂ ਨੂੰ ਐਵੇਂ ਦੇ ਵੀ ਦੇਖਣ ਨੂੰ ਮਿਲਦੇ ਜਿਹੜੇ 1 ਸਾਲ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਨੇ। ਇਹ ਆ ਗਿਆ ਉਹਨਾਂ 'ਚ ਇੰਡੀਵਿਜੂਅਲ ਡਿਫਰੈਂਸ। ਪੈਟਰਨ ਸੇਮ ਹੈ, ਪਹਿਲਾਂ ਬੈਠਣਾ ਸਿੱਖਣਗੇ, ਰੁੜਨਾ, ਖੜਨਾ, ਚੱਲਣਾ, ਬਟ ਫਿਰ ਵੀ ਉਹਨਾਂ ਦੇ ਵਿੱਚ ਜਿਹੜਾ ਇੰਡੀਵਿਜੂਅਲ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ
ਹੁਣ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਇੰਡੀਵਿਜੂਅਲ ਡਿਫਰੈਂਸ ਬੱਚੇ ਦੇ ਵਿੱਚ ਇਹ ਦੇਖਣ ਨੂੰ ਮਿਲਦਾ, ਇਹ ਕਿਉਂ ਹੁੰਦਾ, ਕਿਵੇਂ ਹੁੰਦਾ, ਕੀ 'ਤੇ ਡਿਪੈਂਡ ਕਰਦਾ। ਇੰਡੀਵਿਜੂਅਲ ਡਿਫਰੈਂਸ ਜਿਹੜਾ ਹੈਗਾ ਜੀ, ਉਹਦਾ ਕਾਰਨ ਹੈਗਾ ਹੈਰੀਡਿਟੀ। ਸੈਕਿੰਡ ਹੈਗਾ ਇਨਵਾਇਰਨਮੈਂਟ, ਅਨੁਵੰਸ਼ਿਕਤਾ ਅਤੇ ਵਾਤਾਵਰਣ। ਹੈਰੀਡਿਟੀ ਅਤੇ ਇਨਵਾਇਰਨਮੈਂਟ ਦਾ ਜਿਹੜਾ ਬੱਚੇ ਦੇ ਇੰਡੀਵਿਜੂਅਲ ਡਿਫਰੈਂਸ 'ਤੇ ਜਿਹੜਾ ਦਾ ਮਤਲਬ ਕਿ ਫ਼ਰਕ ਪੈਂਦਾ, ਯੂਨੀਕਨੈਸ, ਭਿੰਨਤਾਵਾਂ। ਦੇਖੋ ਹਰੇਕ ਦੇ ਜਿਹੜੇ ਆਪਾਂ ਕਹਿ ਦਈਏ ਜੀਨਸ ਅਲੱਗ-ਅਲੱਗ ਨੇ, ਤਾਂ ਹੀ ਆਪਾਂ ਇੱਕ ਦੂਜੇ ਤੋਂ ਅਲੱਗ-ਅਲੱਗ, ਅਗਰ ਕਲਾਸ 'ਚ 40 ਸਟੂਡੈਂਟ ਨੇ, 20 ਸਟੂਡੈਂਟ ਨੇ, ਤਾਂ ਸਾਰੇ ਇੱਕ ਦੂਜੇ ਤੋਂ ਅਲੱਗ ਨੇ। ਕਿਉਂ? ਕਿਉਂਕਿ ਉਹਨਾਂ ਦੇ ਜੀਨਸ ਅਲੱਗ-ਅਲੱਗ ਨੇ, ਯੂਨੀਕਨੈਸ, ਤਾਂ ਹੀ ਜਿਹੜੀਆਂ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਨੇ। ਉਹ ਤੋਂ ਬਿਨਾਂ ਜਿਹੜਾ ਇਨਵਾਇਰਨਮੈਂਟ ਹੈ, ਜੇ ਅਸੀਂ ਇਨਵਾਇਰਨਮੈਂਟ ਦੀ ਗੱਲ ਕਰੀਏ, ਕਹਿੰਦੇ ਬੱਚੇ ਨੂੰ ਇਨਵਾਇਰਨਮੈਂਟ ਕਿਵੇਂ ਦਾ ਮਿਲਿਆ, ਉਹਦੇ ਨਾਲ ਵੀ ਜਿਹੜਾ ਬੱਚੇ 'ਚ ਇੰਡੀਵਿਜੂਅਲ ਡਿਫਰੈਂਸ ਫਿਜ਼ੀਕਲੀ ਦੇਖਣ ਨੂੰ ਮਿਲਦਾ ਹੈ, ਠੀਕ ਹੈ, ਮੈਂਟਲੀ, ਇੰਟਲੈਕਚੁਅਲੀ ਉਹਦੇ 'ਚ ਡਿਫਰੈਂਸ ਦੇਖਣ ਨੂੰ ਮਿਲਦਾ ਹੈ। ਪਹਿਲਾਂ ਮੈਂ ਤੁਹਾਨੂੰ ਡਿਟੇਲ 'ਚ ਸਮਝਾਇਆ, ਅਗਰ ਕਿਸੇ ਬੱਚੇ ਦੇ ਘਰ ਦਾ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਕਿ ਲੜਾਈ ਝਗੜੇ ਵਾਲਾ ਹੁੰਦਾ ਰਹਿੰਦਾ ਸਾਰਾ ਦਿਨ ਉਹਦੇ ਘਰੇ, ਤਾਂ ਉਸ ਤਰੀਕੇ ਨਾਲ ਬੱਚੇ ਦਾ ਮਾਈਂਡ ਸੈਟਅਪ ਹੋਊਗਾ। ਇਕੱਲਾ ਹੈਰੀਡਿਟੀ, ਇਕੱਲਾ ਇਨਵਾਇਰਨਮੈਂਟ ਦਾ ਇਫੈਕਟ ਤਾਂ ਪੈਂਦਾ, ਅਤੇ ਦੋਵਾਂ ਦਾ ਇਫੈਕਟ ਵੀ ਜਿਹੜਾ ਬੱਚੇ 'ਤੇ ਦੇਖਣ ਨੂੰ ਮਿਲਦਾ। ਇਹ ਨਹੀਂ ਹੈਗਾ ਕਿ ਸਿਰਫ ਹੈਰੀਡਿਟੀ, ਸਿਰਫ ਇਨਵਾਇਰਨਮੈਂਟ, ਦੋਨਾਂ ਦਾ ਇਫੈਕਟ ਜਿਹੜਾ ਬੱਚੇ 'ਚ ਦੇਖਣ ਨੂੰ ਮਿਲਦਾ। ਇਸ ਤਰੀਕੇ ਨਾਲ ਜਿਹੜਾ ਇੰਡੀਵਿਜੂਅਲ ਡਿਫਰੈਂਸ ਬੱਚਿਆਂ 'ਚ ਦੇਖਣ ਨੂੰ ਮਿਲਦਾ। 5th ਨੰਬਰ 'ਤੇ ਸਾਡੇ ਕੋਲ ਆ ਗਿਆ ਡਿਵੈਲਪਮੈਂਟ ਪ੍ਰੋਸੀਡਸ ਫਰੋਮ ਜਰਨਲ ਟੂ ਸਪੈਸੀਫਿਕ ਰਿਸਪੋਂਸਸ। ਇਹ ਮੈਚ ਕਰਦਾ ਆਪਣਾ ਜਿਹੜਾ ਪਿੱਛੇ ਆਪਾਂ ਨੇ ਪੁਆਇੰਟ ਪੜ੍ਹਿਆ ਨਹੀਂ ਸੀਗਾ ਇੱਕ, ਕਿ ਜਿਵੇਂ ਦਿਸ਼ਾਲਾ ਪੜ੍ਹਿਆ ਸੀ, ਉਹਦੇ ਨਾਲ ਥੋੜ੍ਹਾ ਰਿਲੇਟ ਕਰਦਾ ਕਿ ਜਰਨਲ ਟੂ ਸਪੈਸੀਫਿਕ ਰਿਸਪੋਂਸਸ ਦੇ ਅਕੋਰਡਿੰਗ ਜਿਹੜੀ ਡਿਵੈਲਪਮੈਂਟ ਪ੍ਰੋਸੀਡ ਕਰਦੀ ਹੈ। ਕਿ ਕੋਈ ਵੀ ਬੱਚਾ, ਦੇਖੋ ਇੱਥੇ ਨਾ ਲਿਖਣ ਵਾਲਾ ਘੱਟ ਹੈ, ਮੀਨਸ ਮੇਰੇ ਜਿਹੜਾ ਲਿਖਣ ਵਾਲਾ ਸੀ ਉਹ ਘੱਟ ਸੀ, ਤੁਹਾਡੇ ਲਿਖਣ ਵਾਲਾ ਵੱਧ ਹੈ। ਜਿਹੜਾ ਮੈਂ ਬੋਲ ਰਹੀ ਹਾਂ, ਜਿਹੜੀ ਚੀਜ਼ ਮੈਂ ਬੋਲ ਰਹੀ ਹਾਂ ਉਹਨੂੰ ਸਮਝੋ ਅਤੇ ਆਪਣੀ ਵਰਡਿੰਗ 'ਚ ਪੰਜਾਬੀ 'ਚ ਹੀ ਨੋਟ ਕਰ ਲਓ, ਤੁਹਾਨੂੰ ਈਜ਼ਲੀ ਜਿਹੜੀ ਸਮਝ ਲੱਗ ਜੂਗੀ। ਜਰਨਲ ਟੂ ਸਪੈਸੀਫਿਕ ਰਿਸਪੋਂਸ ਮਤਲਬ ਜਦੋਂ ਕੋਈ ਵੀ ਬੱਚਾ ਰੋਂਦਾ ਤਾਂ ਪੂਰੀ ਬੋਡੀ ਨੂੰ ਜਿਹੜਾ ਯੂਜ਼ ਕਰਦਾ, ਉਹਨੂੰ ਮਤਲਬ ਕੰਟਰੋਲ ਕਰਨਾ ਨਹੀਂ ਆਉਂਦਾ ਆਪਣੀ ਬੋਡੀ 'ਤੇ। ਹੌਲੀ ਹੌਲੀ ਜਿਹੜਾ ਬੱਚਾ ਕੰਟਰੋਲ ਕਰਨਾ ਸਿੱਖ ਜਾਂਦਾ, ਤਾਂ ਫਿਰ ਜਦੋਂ ਬੱਚਾ ਰੋਂਦਾ ਤਾਂ ਸਿਰਫ ਦੇਖੋ, ਹੁਣ ਜਦੋਂ ਕੋਈ ਵੀ ਇਹ ਲਾ ਲਓ ਕਿ ਵੱਡਾ ਬੱਚਾ ਰੋਂਦਾ, ਇਹ ਤਾਂ ਨਹੀਂ ਕਿ ਛੋਟੇ ਬੱਚਿਆਂ ਵਾਂਗੂ ਪੂਰੀ ਬੋਡੀ ਨੂੰ ਹੀ ਹਿਲਾ ਰਿਹਾ, ਹੱਥ ਪੈਰ ਮਾਰ ਰਿਹਾ। ਬੜਾ ਬੱਚਾ ਸਿਰਫ ਉਹਦੇ ਜਿਹੜੇ ਅਥਰੂ ਨੇ, ਹੰਝੂ ਨੇ, ਉਹ ਡਿੱਗਦੇ ਅਗਰ ਉਹ ਰੋਂਦਾ। ਜਰਨਲ ਟੂ ਸਪੈਸੀਫਿਕ ਰਿਸਪੋਂਸ, ਇੱਕ ਤਾਂ ਇਹ ਗੱਲ ਹੋ ਗਈ ਕਿ ਪਹਿਲਾਂ ਹੋਲ ਪੂਰੀ ਬੋਡੀ ਯੂਜ਼ ਕਰਦਾ, ਦੈਨ ਕੰਟਰੋਲ ਕਰਨਾ ਸਿੱਖਦਾ, ਅਤੇ ਜਿਹੜਾ ਮੰਨ ਲਓ ਜਿਵੇਂ ਰੋਣਾ ਤਾਂ ਅਥਰੂ ਨੇ ਜਿਹੜਾ ਉਹਨਾਂ ਕੁ ਮਤਲਬ ਕਿ ਆਪਣੀ ਬੋਡੀ ਨੂੰ ਜਿਹੜਾ ਯੂਜ਼ ਕਰਦਾ। ਉਹ ਤੋਂ ਬਿਨਾਂ ਕਹਿੰਦੇ ਜਿਹੜਾ ਬੱਚਾ ਕੋਈ ਵੀ ਵਰਡਸ, ਲੈਟਰ, ਕੋਈ ਵੀ ਸੈਂਟੈਂਸ ਕਹਿਣ ਤੋਂ ਪਹਿਲਾਂ ਜਿਹੜਾ ਬੱਚਾ ਕਹਿੰਦੇ ਵਰਡਸ, ਲੈਟਰ ਕਹਿਣ ਤੋਂ ਪਹਿਲਾਂ ਜਿਹੜਾ ਬੱਚਾ ਬੈਵਲ ਡਿਫਰੈਂਟ ਸਾਊਂਡਸ ਬੈਵਲ ਕਰਦਾ ਵਰਡ ਅਤੇ ਲੈਟਰ ਕਹਿਣ ਤੋਂ ਪਹਿਲਾਂ। ਉਹੀ ਗੱਲ ਆ ਗਈ, ਠੀਕ ਹੈ। ਅੱਗੇ ਆ ਗਿਆ ਸੀ ਲਾਰਜ ਓਬਜੈਕਟਸ ਬਿਫੋਰ ਸੀਇੰਗ ਸਮੋਲ ਓਬਜੈਕਟਸ। ਲਾਰਜ ਓਬਜੈਕਟ, ਮੰਨ ਲਓ ਬੱਚੇ ਦੇ ਸਾਹਮਣੇ ਤੁਸੀਂ ਦੋ ਚੀਜ਼ਾਂ ਰੱਖਦੇ ਹੋ, ਇੱਕ ਵੱਡੀ ਇੱਕ ਛੋਟੀ, ਤਾਂ ਕਹਿੰਦੇ ਜਿਹੜਾ ਲਾਰਜ ਓਬਜੈਕਟ ਹੈ ਉਹਨਾਂ ਨੂੰ ਬੱਚਾ ਪਹਿਲਾਂ ਦੇਖੂ ਅਤੇ ਜਿਹੜੇ ਸਮੋਲ ਓਬਜੈਕਟਸ ਨੇ ਉਹਨਾਂ ਨੂੰ ਬਾਅਦ ਵਿੱਚ ਦੇਖੂ। ਮੀਨਸ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਰਨਲ ਰਿਸਪੋਂਸ ਟੂ ਸਪੈਸੀਫਿਕ ਰਿਸਪੋਂਸ, ਇਹੀ ਹੈ ਨਾ ਪ੍ਰਿੰਸੀਪਲ। ਪਹਿਲਾਂ ਬੱਚਾ ਵੱਡੀਆਂ ਚੀਜ਼ਾਂ ਦੇਖਣਾ ਸ਼ੁਰੂ ਕਰਦਾ ਹੈ, ਉਹ ਤੋਂ ਬਾਅਦ ਉਹਦਾ ਧਿਆਨ ਜਿਹੜੀਆਂ ਛੋਟੀਆਂ ਚੀਜ਼ਾਂ ਵੱਲ ਜਾਂਦਾ। ਦੇਖੋ ਕੋਈ ਵੀ ਥਿਊਰੀ ਹੈ, ਕੋਈ ਵੀ ਪ੍ਰਿੰਸੀਪਲ ਹੈ, ਇਹ ਐਵੇਂ ਨਹੀਂ ਕਿਸੇ ਨੇ ਉੱਠ ਕੇ ਬਣਾ ਤਾ ਕਿ ਇਹ ਪ੍ਰਿੰਸੀਪਲ ਹੈ ਜੀ, ਜਿਹੜੀ ਇਹ ਥਿਊਰੀ ਹੈ। ਐਵੇਂ ਜਿਵੇਂ ਆਪਾਂ ਹਾਇਨਸ ਦੀ ਸਟੋਰੀ ਪੜ੍ਹੀ ਸੀ, ਉਹ ਤੋਂ ਬਿਨਾਂ ਜੀਨ ਪਿਆਜ਼ੇ, ਬਾਈਗੋਰਸਕੀ, ਕੋਹਲਬਰਗ, ਜਿੰਨੀਆਂ ਦੀਆਂ ਵੀ ਥਿਊਰੀਜ਼ ਪੜ੍ਹੀਆਂ ਨੇ, ਉਹਨਾਂ ਦਾ ਮਤਲਬ ਕਿ ਉਹਨਾਂ ਨੇ ਸਾਰਾ ਐਕਸਪੈਰੀਮੈਂਟਲੀ ਚੀਜ਼ਾਂ ਦੇਖੀਆਂ ਨੇ। ਇਹ ਹੁਣ ਇਹ ਤਾਂ ਤੁਸੀਂ ਵੀ ਦੇਖਿਆ ਹੋਣਾ, ਬੱਚਾ ਸਿੱਧਾ ਵਰਡਸ, ਲੈਟਰ ਨਹੀਂ ਬੋਲਣਾ ਸ਼ੁਰੂ ਕਰਦਾ, ਬੱਚਾ ਸਿੱਧਾ ਹੀ ਅਥਰੂ ਨਹੀਂ ਸਿੱਟਣਾ ਸ਼ੁਰੂ ਕਰਦਾ, ਮੀਨਸ ਅਥਰੂ ਦੇ ਨਾਲ ਨਾਲ ਉਹ ਆਪਣੀ ਬੋਡੀ ਪਾਰਟਸ ਨੂੰ ਵੀ ਯੂਜ਼ ਕਰਦਾ,
ठीक है। ये ਜਿਹੜੇ ਵੀ ਪ੍ਰਿੰਸੀਪਲ ਬਣਾਏ ਨੇ ਪੂਰੇ ਸੋਚ ਸਮਝ ਕੇ ਐਕਸਪੈਰੀਮੈਂਟ ਕਰਕੇ ਹੀ ਬਣਾਏ ਹੁੰਦੇ ਨੇ। ਸਮਝ ਲੱਗ ਗਈ ਹੋਣੀ ਹੈ ਕਿ ਡਿਵੈਲਪਮੈਂਟ ਪ੍ਰੋਸੀਡ ਕਰਦੀ ਹੈ ਜਰਨਲ ਟੂ ਸਪੈਸੀਫਿਕ ਰਿਸਪੌਂਸ। ਨੈਕਸਟ 6th ਜਿਹੜਾ ਪ੍ਰਿੰਸੀਪਲ ਹੈ ਉਹ ਆ ਗਿਆ ਜੀ ਪ੍ਰਿੰਸੀਪਲ ਆਫ ਇੰਟਰ ਰਿਲੇਸ਼ਨਸ਼ਿਪ। ਵੈਰੀ ਵੈਰੀ ਇੰਪੋਰਟੈਂਟ। ਬਟ ਪਿੱਛੇ ਆਪਾਂ ਨੇ ਜਦੋਂ ਡਿਵੈਲਪਮੈਂਟ ਗਰੋਥ ਇਹਨਾਂ ਬਾਰੇ ਪੜ੍ਹਿਆ ਸੀ ਉੱਥੇ ਇੱਕ ਤਰੀਕੇ ਨਾਲ ਆਪਾਂ ਇੰਟਰ ਰਿਲੇਸ਼ਨਸ਼ਿਪ ਬਾਰੇ ਪੜ੍ਹ ਲਿਆ ਸੀ। ਦੇਖੋ ਆਪਾਂ ਜੇ ਗੱਲ ਕਰੀਏ ਡਿਵੈਲਪਮੈਂਟ ਦੀਆਂ ਜਿਹੜੀਆਂ ਆਪਾਂ ਡੋਮੇਨਸ ਲਾ ਲਓ, ਠੀਕ ਹੈ, ਜਿਹੜੀਆਂ ਆਪਾਂ ਡਿਵੈਲਪਮੈਂਟ ਦੀਆਂ ਟਾਈਪਸ ਪੜ੍ਹੀਆਂ ਸੀ, ਫਿਜ਼ੀਕਲ ਡਿਵੈਲਪਮੈਂਟ, ਕੋਗਨੀਟਿਵ ਮਤਲਬ ਬੌਧਿਕ ਵਿਕਾਸ, ਸੋਸ਼ਲ ਮਤਲਬ ਸਮਾਜਿਕ ਡਿਵੈਲਪਮੈਂਟ, ਇਮੋਸ਼ਨਲ ਡਿਵੈਲਪਮੈਂਟ ਇਮੋਸ਼ਨਲੀ ਹੈ ਨਾ ਇਮੋਸ਼ਨਸ। ਕਹਿੰਦੇ ਜਿਹੜੇ ਇੰਟਰ ਰਿਲੇਸ਼ਨਸ਼ਿਪ ਮਤਲਬ ਕਿ ਚਾਰੇ ਇੱਕ ਦੂਜੇ ਨਾਲ ਇਹ ਰਿਲੇਟ ਕਰਦੇ ਨੇ, ਇੰਟਰ ਰਿਲੇਟਡ ਨੇ। ਇੰਟਰ ਰਿਲੇਟਡ ਮਤਲਬ ਕਿ ਅਗਰ ਕੋਈ ਬੱਚਾ ਫਿਜ਼ੀਕਲੀ ਫਿੱਟ ਨਹੀਂ ਹੈਗਾ ਜਾਂ ਫਿਜ਼ੀਕਲੀ ਆਪਣੇ ਆਪ ਨੂੰ ਸਹੀ ਮਹਿਸੂਸ ਨਹੀਂ ਕਰ ਪਾ ਰਿਹਾ ਤਾਂ ਕੋਗਨੀਟਿਵ ਡਿਵੈਲਪਮੈਂਟ 'ਤੇ ਵੀ ਅਸਰ ਦੇਖਣ ਨੂੰ ਮਿਲੂਗਾ। ਅਗਰ ਬੱਚੇ ਨੂੰ ਬੁਖਾਰ ਹੈ ਤਾਂ ਬੱਚੇ ਨੂੰ ਤੁਸੀਂ ਪੜ੍ਹਾ ਰਹੇ ਹੋ ਕੁਛ ਹੈ ਨਾ, ਤਾਂ ਬੱਚੇ ਦੀ ਕੋਗਨੀਟਿਵ ਡਿਵੈਲਪਮੈਂਟ ਬੌਧਿਕ ਵਿਕਾਸ 'ਤੇ ਕੀ ਅਸਰ ਦੇਖਣ ਨੂੰ ਮਿਲੂ, ਉਹਨੂੰ ਚੀਜ਼ ਸਮਝ ਹੀ ਨਹੀਂ ਲੱਗਣੀ। ਅਗਰ ਬੱਚਾ ਕੋਈ ਵੀ ਇਮੋਸ਼ਨਲੀ ਸਹੀ ਮਹਿਸੂਸ ਨਹੀਂ ਕਰ ਰਿਹਾ ਤਾਂ ਉਹਦਾ ਜਿਹੜਾ ਫਿਜ਼ੀਕਲੀ ਕੋਗਨੀਟਿਵ ਡਿਵੈਲਪਮੈਂਟ 'ਤੇ ਵੀ ਅਸਰ ਦੇਖਣ ਨੂੰ ਮਿਲੂ। ਮੀਨਸ ਜੇ ਆਪਾਂ ਸਿੱਧੀ ਇੱਥੇ ਗੱਲ ਕਰਨੀ ਹੋਵੇ, ਐਵੇਂ ਸਮਾਜਿਕ ਡਿਵੈਲਪਮੈਂਟ ਦੀ ਗੱਲ ਆ ਗਈ, ਅਗਰ ਇੱਕ ਨਹੀਂ ਠੀਕ ਤਾਂ ਬਾਕੀ ਵੀ ਨਹੀਂ। ਅਗਰ ਇਹਨਾਂ 'ਚ ਇੱਕ ਨਹੀਂ ਸਹੀ ਹੈਗਾ ਤਾਂ ਬਾਕੀਆਂ ਵੀ ਨਹੀਂ ਸਹੀ ਮਤਲਬ ਕਿ ਡਿਵੈਲਪਮੈਂਟ ਹੋਊਗੀ ਬੱਚੇ ਦੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਅਗਰ ਕੋਈ ਵੀ ਬੱਚਾ ਫਿਜ਼ੀਕਲੀ ਡਿਵੈਲਪਮੈਂਟ ਉਹਦੀ ਹੋ ਰਹੀ ਹੈ ਤਾਂ ਬੱਚਾ ਕੋਗਨੀਟਿਵ ਡਿਵੈਲਪਮੈਂਟ ਇੰਟੈਲੈਕਚੁਅਲ ਡਿਵੈਲਪਮੈਂਟ ਵੀ ਉਹਦੇ 'ਚ ਦੇਖਣ ਨੂੰ ਮਿਲੂ, ਨਹੀਂ। ਮਤਲਬ ਕਿ ਉਹ ਤੋਂ ਬਿਨਾਂ ਹੋ ਸਕਦਾ ਫਿਜ਼ੀਕਲੀ ਬੱਚਾ ਫਿੱਟ ਹੋਵੇ ਬਟ ਇਮੋਸ਼ਨਲੀ ਜਾਂ ਸੋਸ਼ਲ ਡਿਵੈਲਪਮੈਂਟ ਆਲੇ ਦੁਆਲੇ ਦੀ ਸੁਸਾਇਟੀ, ਸਮਾਜ, ਉਹਦਾ ਵਾਤਾਵਰਨ ਜਿੱਥੇ ਉਹ ਰਹਿ ਰਿਹਾ ਉਹ ਨਾ ਸਹੀ ਤਰੀਕੇ ਨਾਲ ਉਹਨੂੰ ਮਿਲ ਰਿਹਾ ਹੋਵੇ। ਤਾਂ ਇੰਟਰ ਰਿਲੇਸ਼ਨਸ਼ਿਪ ਵੈਰੀ ਇੰਪੋਰਟੈਂਟ ਜਿਹੜਾ ਇਹ ਪ੍ਰਿੰਸੀਪਲ ਹੈ। ਡਿਵੈਲਪਮੈਂਟ ਇਨ ਵੇਰੀਅਸ ਐਸਪੈਕਟਸ ਆਫ ਦਾ ਚਾਈਲਡ ਇਜ਼ ਇੰਟਰਡਿਪੈਂਡੈਂਟ ਡਿਊ ਟੂ ਇੰਟਰ ਰਿਲੇਸ਼ਨਸ਼ਿਪ। ਇਹੀ ਚੀਜ਼ ਪੜ੍ਹੀ ਹੈ ਕਿ ਇੰਟਰ ਰਿਲੇਟਡ ਨੇ ਇੱਕ ਦੂਜੇ ਨਾਲ। ਅੱਗੇ ਸਾਡੇ ਕੋਲ ਆ ਗਿਆ ਜੀ 7th ਨੰਬਰ 'ਤੇ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ। ਇਹਨੂੰ ਤੁਸੀਂ ਇੰਟੀਗ੍ਰੇਸ਼ਨ ਮਤਲਬ ਹੁੰਦਾ ਏਕੀਕਰਨ ਦਾ ਸਿਧਾਂਤ। ਡਿਵੈਲਪਮੈਂਟ ਫਰੋਮ ਹੋਲ ਟੂ ਪਾਰਟਸ ਐਂਡ ਅਗੇਨ ਫਰੋਮ ਪਾਰਟਸ ਟੂ ਹੋਲ। ਜਿਹੜੀ ਡਿਵੈਲਪਮੈਂਟ ਹੁੰਦੀ ਆ ਕਹਿੰਦੇ ਹੋਲ ਟੂ ਪਾਰਟਸ, ਜਦੋਂ ਬੱਚਾ ਰੋਂਦਾ ਪੂਰੀ ਬਾਡੀ ਯੂਜ਼ ਕਰਦਾ ਹੈ, ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ, ਏਜ ਵੱਧਦੀ ਹੈ, ਉਹਨੂੰ ਕੰਟਰੋਲ ਕਰਨਾ ਸਿੱਖ ਲੈਂਦਾ ਤਾਂ ਫਿਰ ਜਿਹੜਾ ਸਿਰਫ ਰੋਂਦਾ ਤਾਂ ਅਥਰੂ ਵਗਦੇ ਆ, ਪੂਰੀ ਬਾਡੀ ਨਹੀਂ ਯੂਜ਼ ਕਰਦਾ। ਮੀਨਸ ਹੋਲ ਟੂ ਪਾਰਟਸ। ਉਰੇ ਤੱਕ ਤਾਂ ਆਪਾਂ ਪੜ੍ਹ ਲਿਆ। ਇਹ ਨਹੀਂ ਹੈਗਾ ਕਿ ਹੋਲ ਟੂ ਪਾਰਟਸ ਹੋ ਗਿਆ ਐਂਡ ਅਗੇਨ ਦੁਬਾਰਾ ਫਰੋਮ ਪਾਰਟਸ ਟੂ ਹੋਲ। ਪਾਰਟਸ ਟੂ ਹੋਲ ਮਤਲਬ ਮੰਨ ਲਓ ਕੋਈ ਵੀ ਤੁਸੀਂ ਲਾ ਲਓ, ਬੱਚਾ ਲਾ ਲਓ, ਕੋਈ ਵੀ ਸਾਈਕਲ ਚਲਾਉਂਦੇ ਹੋ। ਜਦੋਂ ਆਪਾਂ ਸਾਈਕਲ ਚਲਾਉਂਦੇ ਹਾਂ ਤਾਂ ਆਪਾਂ ਪੈਡਲ ਮਾਰਦੇ ਹਾਂ, ਪੈਰ ਯੂਜ਼ ਕਰਦੇ ਹਾਂ, ਹੈਂਡ ਨਾਲ ਆਪਾਂ ਨੇ ਹੈਂਡਲ ਫੜਿਆ ਹੋਇਆ, ਮਾਈਂਡ ਯੂਜ਼ ਕਰਦੇ ਹਾਂ ਆਪਣਾ, ਸਾਹਮਣੇ ਆਪਾਂ ਪੂਰਾ ਆਈਜ਼ ਆਪਣਾ ਫੋਕਸ ਹੁੰਦਾ ਉੱਥੇ। ਕਿੰਨੀਆਂ ਚੀਜ਼ਾਂ ਨੂੰ ਆਪਾਂ ਇੱਕ ਸਾਥ ਯੂਜ਼ ਕਰਦੇ ਹਾਂ। ਮੀਨਸ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਹੈ। ਫਿਰ ਗੱਲ ਆ ਗਈ ਪਾਰਟਸ ਟੂ ਹੋਲ। ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਮੀਨਸ ਏਕੀਕਰਨ ਦਾ ਸਿਧਾਂਤ। ਕਿੰਨੀਆਂ ਚੀਜ਼ਾਂ ਨੂੰ ਆਪਾਂ ਇੱਕ ਸਾਥ ਯੂਜ਼ ਕਰ ਰਹੇ ਹਾਂ ਇੰਟੀਗ੍ਰੇਟ ਕਰਕੇ। ਠੀਕ ਹੈ ਜੀ। ਦੇਖੋ ਰੱਟਾ ਮਾਰਨ ਦੀ ਜ਼ਰੂਰਤ ਨਹੀਂ, ਕੋਈ ਤੁਹਾਨੂੰ ਐਗਜ਼ਾਮਪਲ ਦੇਣਗੇ ਉਹ ਪੇਪਰ ਦੇ ਵਿੱਚ, ਉਹਦੇ ਅਕੋਰਡਿੰਗ ਪੁੱਛਣਗੇ ਕਿ ਇੱਥੇ ਕਿਹੜਾ ਪ੍ਰਿੰਸੀਪਲ ਲੱਗ ਰਿਹਾ। ਇਹ ਨਹੀਂ ਕਿ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਦੀ ਡੈਫੀਨੇਸ਼ਨ ਦਿਓ। ਉਹ ਪੁੱਛਣਗੇ ਜਿਵੇਂ ਮੈਂ ਸਾਈਕਲ ਦੀ ਐਗਜ਼ਾਮਪਲ ਦਿੱਤੀ ਹੈ, ਤੁਹਾਨੂੰ ਕੋਈ ਵੀ ਮੰਨ ਲਓ ਐਗਜ਼ਾਮਪਲ ਦਿੱਤੀ ਕਿ ਕੋਈ ਬੱਚਾ ਸਾਈਕਲ ਚਲਾ ਰਿਹਾ ਕਿ ਉਹ ਪੈਡਲ ਮਾਰ ਰਿਹਾ, ਹੈਂਡਲ ਉਹਨੇ ਹੱਥਾਂ ਨਾਲ ਪਕੜਿਆ ਹੋਇਆ ਅਤੇ ਸਾਹਮਣੇ ਮੀਨਸ ਉਹ ਫੋਕਸ ਕੀਤਾ ਹੋਇਆ ਉਹਨੇ। ਅਤੇ ਜਾਂ ਇਹ ਲਾ ਲਓ ਕਿ ਦੋ ਬੱਚੇ ਸਾਈਕਲ 'ਤੇ ਜਾ ਰਹੇ ਨੇ, ਆਪਸ 'ਚ ਗੱਲਾਂ ਵੀ ਕਰ ਰਹੇ ਨੇ ਆਪਸ 'ਚ, ਤਾਂ ਕਿਹੜਾ ਪ੍ਰਿੰਸੀਪਲ ਹੈ? ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ। ਨੈਕਸਟ ਸਾਡੇ ਕੋਲ ਆ ਗਿਆ ਜੀ ਪ੍ਰਿੰਸੀਪਲ ਆਫ ਪ੍ਰੈਡਿਕਟੇਬਿਲਿਟੀ। ਅਨੁਮਾਨ, ਅੰਦਾਜ਼ਾ, ਅਨੁਮਾਨ। ਪ੍ਰਿੰਸੀਪਲ ਆਫ ਪ੍ਰੈਡਿਕਟੇਬਿਲਿਟੀ ਮਤਲਬ ਕਹਿੰਦੇ ਪ੍ਰੈਡਿਕਟ ਦਾ ਫਿਊਚਰ ਡਿਵੈਲਪਮੈਂਟ ਆਈਦਰ ਫਿਜ਼ੀਕਲੀ ਔਰ ਇੰਟੈਲੈਕਚੁਅਲੀ।
ਕਹਿੰਦੇ ਅੰਦਾਜ਼ਾ ਲਗਾ ਸਕਦੇ ਹਾਂ ਬੱਚੇ ਨੂੰ ਦੇਖ ਕੇ ਫਿਜ਼ੀਕਲੀ ਵੀ ਉਹਦੀ ਡਿਵੈਲਪਮੈਂਟ ਤੇ ਇੰਟੈਲੈਕਚੁਅਲ ਡਿਵੈਲਪਮੈਂਟ ਦੇ ਵੀ। ਉਹ ਕਿਵੇਂ? ਮੰਨ ਲਓ ਕੋਈ ਬੱਚਾ 5th ਕਲਾਸ 'ਚ ਉਹਦੀ ਹਾਈਟ ਜਿੰਨੀ ਹੈਗੀ ਹੈ, ਕਈ ਵਾਰੀ ਆਪਾਂ ਘਰ 'ਚ ਵੀ ਟੀਚਰ ਵੀ ਕਹਿ ਦਿੰਦੇ ਨੇ ਜਾਂ ਆਪਾਂ ਵੀ ਬੱਚੇ ਨੂੰ ਦੇਖ ਕੇ ਕਹਿ ਦਿੰਦੇ ਹਾਂ ਕਿ ਲੰਬਾ ਹੋਊਗਾ ਇਹ ਬੱਚਾ, ਠੀਕ ਹੈ। ਦੂਸਰਾ ਬੱਚਾ ਇਹਦੀ ਹਾਈਟ ਘੱਟ ਆ, ਉਹ ਇੰਨਾ ਲੰਬਾ ਨਹੀਂ ਜਾਊਗਾ ਕਿ ਲੰਬਾ ਜਾਊਗਾ। ਮੀਨਜ਼ ਆਪਾਂ ਜਿਹੜੀ ਉਹਦੀ ਫਿਊਚਰ ਡਿਵੈਲਪਮੈਂਟ ਹੈ ਫਿਜ਼ੀਕਲੀ ਪਹਿਲਾਂ ਹੀ ਉਹਨੂੰ ਅੰਦਾਜ਼ਾ ਲਗਾ ਸਕਦੇ ਹਾਂ, ਪ੍ਰੈਡਿਕਟ ਕਰ ਸਕਦੇ ਹਾਂ, ਅਨੁਮਾਨ ਲਗਾ ਸਕਦੇ ਹਾਂ। ਇੰਟੈਲੈਕਚੁਅਲੀ ਮਤਲਬ ਕਈ ਵਾਰੀ ਬੱਚੇ ਦੀ ਜਿਵੇਂ ਆਪਾਂ ਲੋਅਰ ਕਲਾਸਿਸ 5th 6th ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੱਚਾ ਬਹੁਤ ਵਧੀਆ ਕਰ ਰਿਹਾ, 8th 9th 'ਚ ਵੀ ਬਹੁਤ ਵਧੀਆ ਕਰ ਰਿਹਾ ਹੈ। ਉਹ ਸਾਰੀਆਂ ਚੀਜ਼ਾਂ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਇੰਟੈਲੈਕਚੁਅਲੀ ਡਿਵੈਲਪਮੈਂਟ ਦੇ ਫਿਊਚਰ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਬੱਚਾ ਜ਼ਰੂਰ ਮਤਲਬ ਕਿ ਆਪਣੇ ਫਿਊਚਰ ਜਿਹੜੀਆਂ ਕਲਾਸਿਸ 'ਚ ਪੜ੍ਹੂ, ਜਿਹੜਾ ਵੀ ਕੰਮ ਕਰੂ ਮੀਨਸ ਵਧੀਆ ਕਰੂਗਾ। ਇੰਟੈਲੈਕਚੁਅਲ ਡਿਵੈਲਪਮੈਂਟ ਦਾ ਅੰਦਾਜ਼ਾ ਆਪਾਂ ਪਹਿਲਾਂ ਹੀ ਲਗਾ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਗਿਆ ਜੀ 9th ਨੰਬਰ 'ਤੇ ਡਿਵੈਲਪਮੈਂਟ ਇਜ਼ ਦਾ ਪ੍ਰੋਡਕਟ ਆਫ ਮੈਚਿਓਰੇਸ਼ਨ ਐਂਡ ਲਰਨਿੰਗ। ਮੈਚਿਓਰੇਸ਼ਨ ਐਂਡ ਲਰਨਿੰਗ ਹੈ ਜਿਹੜੀ ਡਿਵੈਲਪਮੈਂਟ ਦੋਨਾਂ ਦੀ ਪ੍ਰੋਡਕਟ ਹੈ। ਮੈਚਿਓਰੇਸ਼ਨ ਅਤੇ ਲਰਨਿੰਗ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਪ੍ਰੋਡਕਟ ਹੈ। ਉਹ ਕਿਵੇਂ? ਜਿਹੜੀ ਮੈਚਿਓਰੇਸ਼ਨ ਹੈ ਉਹ ਸੈਟਸ ਲਿਮਿਟ ਟੂ ਡਿਵੈਲਪਮੈਂਟ, ਉਹ ਲਿਮਿਟ ਸੈੱਟ ਕਰਦੀ ਹੈ ਡਿਵੈਲਪਮੈਂਟ ਦੀਆਂ। ਕਿਵੇਂ? ਜਿਵੇਂ ਪਿੱਛੇ ਪੜ੍ਹੇ ਆ, ਬੱਚਾ ਪਹਿਲਾਂ ਕ੍ਰੋਲ ਕਰਨਾ ਸਿੱਖੂ, ਦੈਨ ਖੜ੍ਹਨਾ ਸਿੱਖੂ, ਦੈਨ ਮਤਲਬ ਕਿ ਕ੍ਰੋਲ ਕਰਨਾ ਸਿੱਖ ਲਿਆ ਉਹਨੇ, ਉਸ ਤੋਂ ਬਾਅਦ ਖੜ੍ਹਨਾ ਸਿੱਖ ਲਿਆ, ਥੋੜ੍ਹਾ ਥੋੜ੍ਹਾ ਚੱਲਣਾ, ਤੁਰਨਾ, ਦੌੜਨਾ। ਅਤੇ ਜਿਹੜੀ ਮੈਚਿਓਰਿਟੀ ਜਦੋਂ ਬੱਚੇ 'ਚ ਆਊਗੀ, ਜਿਵੇਂ ਜਿਵੇਂ ਬੱਚੇ ਦੀ ਏਜ ਵਧੂ ਉਹਦੇ 'ਚ ਜਿਵੇਂ ਮੈਚਿਓਰਿਟੀ ਆਊਗੀ, ਜਿਹੜੀ ਮੈਚਿਓਰਿਟੀ ਹੈ ਕਹਿੰਦੇ ਉਹ ਲਿਮਿਟ ਸੈੱਟ ਕਰਦੀ ਹੈ ਡਿਵੈਲਪਮੈਂਟ ਦੀ। ਇੱਕ ਲਿਮਿਟ ਹੈ ਕਿ ਇਸ ਲਿਮਿਟ ਤੱਕ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੋਊਗੀ। ਇਹ ਨਹੀਂ ਹੈਗਾ ਉਹੀ ਇੰਟੈਲੈਕਚੁਅਲ ਵੀ ਗੱਲ ਆ ਗਈ, 5th ਕਲਾਸ ਦੇ ਬੱਚੇ ਨੂੰ 10th ਕਲਾਸ ਦਾ ਸਿਲੇਬਸ ਨਹੀਂ ਪੜ੍ਹਾ ਸਕਦੇ। ਦੇਖੋ ਬੇਸ਼ੱਕ ਦੀ ਆਪਾਂ ਅਗਰ ਕਰਾਈਏ ਕੁਛ ਉਹਨੂੰ ਸਮਝ ਲੱਗ ਜਾਵੇ, ਬਟ ਇੱਕ ਲਿਮਿਟ ਸੈੱਟ ਹੋਈ ਹੈ ਕਿ ਵੀ ਇਸ ਅਕੋਰਡਿੰਗ ਜਿਹੜਾ ਬੱਚਾ ਸਿੱਖੂਗਾ। ਮੈਚਿਓਰਿਟੀ ਉਹ ਤੋਂ ਬਿਨਾਂ ਹੁਣ ਜੇ ਇੱਥੇ ਅਸੀਂ ਗੱਲ ਕਰੀਏ, ਮੈਂ ਇਹਨੂੰ ਰੱਬ ਕਰ ਦਿੰਦੀ ਹਾਂ, ਉਮੀਦ ਹੈ ਤੁਸੀਂ ਨੋਟ ਕਰ ਲਿਆ ਹੋਣਾ। ਕਹਿੰਦੇ ਜਿਹਦੇ ਨਾਲ ਗੱਲ ਕਰੀਏ ਮੈਚਿਓਰਿਟੀ 'ਤੇ ਕਿਹਦਾ ਅਸਰ ਪੈਂਦਾ ਹੈ? ਮੈਚਿਓਰਿਟੀ 'ਤੇ ਜੇ ਆਪਾਂ ਗੱਲ ਕਰੀਏ ਹੈਰੀਡਿਟੀ ਦਾ ਇਫੈਕਟ ਦੇਖਣ ਨੂੰ ਮਿਲਦਾ, ਉਹ ਤੋਂ ਬਿਨਾਂ ਇਨਵਾਇਰਮੈਂਟ ਦਾ ਵੀ ਇਫੈਕਟ ਦੇਖਣ ਨੂੰ ਮਿਲਦਾ। ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੀ ਡਿਵੈਲਪਮੈਂਟ ਆਫ ਪ੍ਰੋਡਕਟ ਹੈ ਮੈਚਿਓਰੇਸ਼ਨ ਐਂਡ ਲਰਨਿੰਗ ਦੀ, ਉਸੇ ਤਰ੍ਹਾਂ ਜਿਹੜੀ ਮੈਚਿਓਰਿਟੀ ਆ ਉਹ ਵੀ ਹੈਰੀਡਿਟੀ ਅਤੇ ਇਨਵਾਇਰਮੈਂਟ ਨੂੰ ਮਿਲਾ ਕੇ ਆਉਂਦੀ ਹੈ। ਮਤਲਬ ਦੇਖੋ, ਮੰਨ ਲਓ ਕਿਸੇ ਬੱਚੇ ਨੂੰ ਤੁਸੀਂ ਹੈਰੀਡਿਟਲੀ ਉਹਦੇ ਵਿੱਚ ਮਤਲਬ ਕਿ ਉਹ ਬੱਚਾ ਬੋਲ ਨਹੀਂ ਸਕਦਾ, ਬਾਏ ਬਰਥ ਕੋਈ ਪ੍ਰੋਬਲਮ ਲਾ ਲਓ, ਹੈਰੀਡਿਟਰੀ ਉਹਨੂੰ ਇੱਕ ਐਵੇਂ ਦੀ ਉਹ ਮਿਲੀ ਕਿ ਉਹ ਬੱਚਾ ਬੋਲ ਨਹੀਂ ਸਕਦਾ, ਅਤੇ ਬੱਚੇ ਨੂੰ ਇਨਵਾਇਰਮੈਂਟ ਤੁਸੀਂ ਬਹੁਤ ਵਧੀਆ ਦਿੱਤਾ, ਇੰਨਾ ਵਧੀਆ ਇਨਵਾਇਰਮੈਂਟ ਦਿੱਤਾ ਕਿ ਬੱਚਾ ਬੋਲਣ ਲੱਗ ਜੂ? ਨਹੀਂ, ਬੋਲ ਨਹੀਂ ਸਕਦਾ ਬੱਚਾ, ਜਿੰਨਾ ਮਰਜ਼ੀ ਵਧੀਆ ਜਿਹੜਾ ਉਹਨੂੰ ਇਨਵਾਇਰਮੈਂਟ ਦੇ ਦਿਓ ਨਹੀਂ ਬੋਲੂਗਾ। ਇਹ ਤਾਂ ਆ ਗਈ ਗੱਲ ਕਿ ਅਗਰ ਇਨਵਾਇਰਮੈਂਟ ਵਧੀਆ ਦੇਤਾ ਬਟ ਹੈਰੀਡਿਟਰੀ ਉਹਨੂੰ ਪ੍ਰੋਬਲਮ ਮਿਲੀ ਹੈ ਤਾਂ ਦੂਰ ਨਹੀਂ ਹੋ ਸਕਦੀ। ਅੱਗੇ ਗੱਲ ਆ ਗਈ ਜੇ ਆਪਾਂ ਨੈਕਸਟ ਗੱਲ ਕਰੀਏ ਕਿ ਬੱਚੇ ਨੂੰ ਹੈਰੀਡਿਟਰੀ ਕੋਈ ਮਤਲਬ ਕਿ ਪ੍ਰੋਬਲਮ ਨਹੀਂ ਹੈਗੀ, ਬੱਚੇ ਨੂੰ ਇਨਵਾਇਰਮੈਂਟ ਵਧੀਆ ਨਹੀਂ ਮਿਲਿਆ, ਉਹਨੂੰ ਇੱਕ ਰੂਮ 'ਚ ਬੰਦ ਕਰ ਦਿੱਤਾ, ਰੂਮ 'ਚ ਉਹਨਾਂ ਕੋਈ ਬੋਲਣ ਵਾਲਾ ਨਹੀਂ ਹੈਗਾ, ਇਕੱਲਾ ਰਹਿ ਰਿਹਾ ਬੱਚਾ, ਤਾਂ ਉਹ ਲੈਂਗੁਏਜ ਸਿੱਖ ਪਾਊਗਾ? ਚੰਗੇ ਢੰਗ ਨਾਲ ਬੋਲਣਾ ਸਿੱਖ ਪਾਊਗਾ? ਭਾਸ਼ਾ ਸਿੱਖ ਪਾਊ? ਨਹੀਂ। ਨਾ ਤਾਂ ਇਕੱਲਾ ਹੈਰੀਡਿਟੀ ਕੁਛ ਕਰ ਸਕਦੀ ਹੈ, ਨਾ ਇਕੱਲਾ ਇਨਵਾਇਰਮੈਂਟ, ਦੋਨੋਂ ਚੀਜ਼ਾਂ ਮਿਲ ਕੇ ਕੰਮ ਕਰਨਗੀਆਂ, ਹੈਰੀਡਿਟੀ ਐਂਡ ਇਨਵਾਇਰਮੈਂਟ। ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ। ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਈਜ਼ੀ ਤੋਂ ਈਜ਼ੀ ਅਤੇ ਬੈਸਟ ਤੋਂ ਬੈਸਟ ਇਗਜ਼ਾਮਪਲ ਤੁਹਾਡੇ ਸਾਹਮਣੇ ਮੈਂ ਰੱਖ ਸਕਾਂ, ਠੀਕ ਹੈ ਜੀ। ਨੈਕਸਟ ਸਾਡੇ ਕੋਲ ਆ ਗਿਆ ਜੀ ਪ੍ਰਿੰਸੀਪਲ ਆਫ ਸਪਾਇਰਲ ਵਰਸਸ ਲੀਨੀਅਰ ਅਰੇਂਜਮੈਂਟ। ਪ੍ਰਿੰਸੀਪਲ ਆਫ ਸਪਾਇਰਲ ਵਰਸਸ ਲੀਨੀਅਰ ਅਰੇਂਜਮੈਂਟ ਮਤਲਬ ਕਿ ਜਿਹੜੀ ਡਿਵੈਲਪਮੈਂਟ, ਦੇਖੋ ਲੀਨੀਅਰ ਹੋ ਗਈ, ਇੱਕ ਲਾਈਨ ਹੋ ਗਈ ਹੈ ਨਾ, ਜਿਹੜਾ ਡਿਵੈਲਪਮੈਂਟ ਹੈ ਕਹਿੰਦੇ ਉਹ ਲੀਨੀਅਰ ਨਹੀਂ ਹੈਗੀ। ਕਿ ਡਿਵੈਲਪਮੈਂਟ ਇੱਕ ਲਾਈਨ ਦੇ ਤਰ੍ਹਾਂ ਹੁੰਦੀ ਹੈ ਵੀ ਸੇਮ
ਹਰੇਕ ਕੇਸ 'ਚ ਹਰੇਕ ਤਰੀਕੇ ਦਾ ਸੇਮ ਵਿਕਾਸ ਚੱਲ ਰਿਹਾ, ਨਹੀਂ ਐਵੇਂ ਨਹੀਂ ਹੁੰਦਾ। ਜਿਹੜੀ ਡਿਵੈਲਪਮੈਂਟ ਹੈ ਉਹ ਕੀ ਆ, ਕਹਿੰਦੇ ਇੱਕ ਸਪਾਇਰਲ ਮਤਲਬ ਦੇਖਿਆ ਹੋਣਾ ਤੁਸੀਂ ਨੇ, ਜਦੋਂ ਆਪਾਂ ਕੋਈ ਵੀ ਬੁੱਕਸ ਆਪਣੀ ਫਾਈਲ ਵਗੈਰਾ ਜਾਂ ਬੁੱਕਸ ਵਗੈਰਾ ਬਾਈਂਡ ਕਰਵਾਉਂਦੇ ਆ, ਐਵੇਂ ਜੇ ਨਹੀਂ ਹੁੰਦਾ ਸਰਕਲ ਜਾਂ, ਇਹ ਹੁੰਦਾ ਸਪਾਇਰਲ। ਜਿਹੜੀ ਡਿਵੈਲਪਮੈਂਟ ਹੈ ਕਹਿੰਦੇ ਉਹ ਸਪਾਇਰਲ ਹੈ, ਨਾ ਕਿ ਲੀਨੀਅਰ। ਉਹ ਕਿਵੇਂ, ਕਹਿੰਦੇ ਬੱਚੇ ਦੇ ਵਿੱਚ ਜੇ ਡਿਵੈਲਪਮੈਂਟ ਦੀ ਗੱਲ ਕਰੀਏ ਇਨਫੈਂਸੀ ਦੇ ਵਿੱਚ, ਇਹ ਨਹੀਂ ਹੈਗਾ ਕਿ ਜਿਹੜਾ ਵਿਕਾਸ ਦੀ ਦਰ, ਵਿਕਾਸ ਦੀ ਗਤੀ ਜਿਹੜੀ ਇਨਫੈਂਸੀ 'ਚ ਚੱਲ ਰਹੀ ਹੈ ਕਿ ਉਹੀ ਤੁਹਾਨੂੰ ਅਡੋਲਸੈਂਸ 'ਚ ਦੇਖਣ ਨੂੰ ਮਿਲੂਗੀ, ਐਵੇਂ ਦਾ ਕੁਛ ਵੀ ਨਹੀਂ। ਇਨਫੈਂਸੀ 'ਚ ਬੱਚੇ 'ਚ ਜਿਹੜੀ ਵਿਕਾਸ ਕਹਿੰਦੇ ਬਹੁਤ ਤੇਜ਼ੀ ਨਾਲ ਹੁੰਦਾ। ਇਨਫੈਂਸੀ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਚਾਈਲਡਹੁੱਡ 'ਚ ਆਪਣੇ ਕੋਲ ਆ ਗਿਆ, ਇੱਥੇ ਮੈਂ ਸ਼ਾਰਟ ਫਾਰਮ ਹੀ ਲਿਖ ਰਹੀ ਹਾਂ, ਪਾਤਾ ਅਰਲੀ ਚਾਈਲਡਹੁੱਡ। ਇਨਫੈਂਸੀ ਦੇ ਵਿੱਚ ਬੱਚੇ 'ਚ ਜਿਹੜੀ ਵਿਕਾਸ ਹੈ ਬਹੁਤ ਤੇਜ਼ੀ ਨਾਲ ਹੁੰਦਾ। ਦੈਨ ਅਰਲੀ ਚਾਈਲਡਹੁੱਡ 'ਚ ਜਿਹੜਾ ਕਹਿੰਦੇ ਬੱਚੇ 'ਚ ਜਿਹੜਾ ਵਿਕਾਸ ਹੈ, ਜੇ ਅਸੀਂ ਜਿਵੇਂ ਲੈਂਗੁਏਜ ਦੀ ਗੱਲ ਕਰੀਏ, ਬੱਚਾ ਵਰਡ ਸਿੱਖਣੇ ਸ਼ੁਰੂ ਕਰਦਾ ਹੈ, ਠੀਕ ਹੈ, ਆਪਾਂ ਪੜ੍ਹਿਆ ਸੀ ਅਰਲੀ ਚਾਈਲਡਹੁੱਡ ਬਾਰੇ ਡਿਟੇਲ 'ਚ, ਤੇਜ਼ੀ ਨਾਲ ਹੁੰਦਾ। ਅਰਲੀ ਚਾਈਲਡਹੁੱਡ ਤੋਂ ਬਾਅਦ ਲੇਟਰ ਚਾਈਲਡਹੁੱਡ ਆਉਂਦਾ। ਲੇਟਰ ਚਾਈਲਡਹੁੱਡ 'ਚ ਕਹਿੰਦੇ ਥੋੜ੍ਹੀ ਜਿਹੜੀ ਇਹ ਪ੍ਰੋਸੈਸ ਹੈ ਸਲੋ ਹੋ ਜਾਂਦੀ ਹੈ। ਉਹ ਤੋਂ ਬਾਅਦ ਅੱਗੇ ਆ ਗਈ ਗੱਲ ਐਡੋਲਸੈਂਸ ਦੀ। ਐਡੋਲਸੈਂਸ ਦੇ ਵਿੱਚ ਫਿਰ ਜਿਹੜੀ ਵਿਕਾਸ ਦੀ ਦਰ ਹੈ ਤੇਜ਼ੀ ਨਾਲ ਦੇਖਣ ਨੂੰ ਮਿਲਦੀ ਹੈ। ਮੀਨਸ ਜਿਵੇਂ ਬੋਡੀ ਸ਼ੇਪ, ਬੋਡੀ 'ਚ ਚੇਂਜਸ, ਫਿਜ਼ੀਕਲੀ 'ਚ ਚੇਂਜਸ ਦੇਖਣ ਨੂੰ ਮਿਲਦੀਆਂ ਨੇ। ਕਦੇ ਵਿਕਾਸ ਵੱਧਦਾ, ਕਦੇ ਘਟਦਾ, ਮੀਨਸ ਜੇ ਆਪਾਂ ਗੱਲ ਕਰੀਏ ਕਿ ਲੀਨੀਅਰ ਨਹੀਂ ਹੈਗਾ, ਸਪਾਇਰਲ ਹੈ ਡਿਵੈਲਪਮੈਂਟ ਜਿਹੜੀ ਹੈਗੀ ਹੈ। ਉਮੀਦ ਹੈ ਤੁਹਾਨੂੰ ਜਿਹੜਾ ਡਿਵੈਲਪਮੈਂਟ ਦੇ ਜਿੰਨੇ ਪ੍ਰਿੰਸੀਪਲ ਆਪਾਂ ਨੇ ਪੜ੍ਹੇ ਨੇ ਉਹ ਸਾਰੇ ਤੁਹਾਨੂੰ ਸਮਝ ਲੱਗ ਗਏ ਹੋਣਗੇ, ਠੀਕ ਹੈ ਜੀ। ਇੰਨਾ ਕੁ ਜਿਹੜਾ ਆਪਣਾ ਇਹ ਟੌਪਿਕ ਸੀਗਾ ਗਰੋਥ ਡਿਵੈਲਪਮੈਂਟ ਬਾਰੇ। ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਆਫ ਚਾਈਲਡ ਪੜ੍ਹੀ ਸੀ, ਫਿਰ ਆਪਾਂ ਨੇ ਗਰੋਥ ਦੀ ਡੈਫੀਨੇਸ਼ਨ, ਡਿਵੈਲਪਮੈਂਟ ਦੀ ਡੈਫੀਨੇਸ਼ਨ, ਦੈਨ ਉਹਨਾਂ ਦੇ ਵਿੱਚ ਆਪਾਂ ਨੇ ਡਿਫਰੈਂਸ ਦੇਖਿਆ ਸੀ। ਉਸ ਤੋਂ ਬਾਅਦ ਥਿਊਰੀਜ਼ ਵੀ ਆਪਾਂ ਨੇ ਡਿਸਕਸ ਕਰ ਲਈਆਂ, ਪ੍ਰਿੰਸੀਪਲ ਵੀ ਡਿਸਕਸ ਕਰ ਲਏ, ਠੀਕ ਹੈ। ਚਾਹੇ ਪਹਿਲਾਂ ਪ੍ਰਿੰਸੀਪਲ ਲਰਨ ਕਰ ਲੈਂਦੇ, ਥਿਊਰੀਜ਼ ਮਤਲਬ ਕਿ ਥਿਊਰੀਜ਼ ਅਤੇ ਪ੍ਰਿੰਸੀਪਲ ਵੈਰੀ ਇੰਪੋਰਟੈਂਟ, ਇਹਨਾਂ 'ਚੋਂ ਕੁਐਸਚਨ ਜ਼ਰੂਰ ਦੇਖਣ ਨੂੰ ਮਿਲੂਗਾ, ਥਿਊਰੀਜ਼ 'ਚੋਂ ਤਾਂ ਜ਼ਰੂਰ ਮਿਲੂਗਾ। ਅਤੇ ਅੱਗੇ ਆਪਾਂ ਜਿਹੜਾ ਆਪਣਾ ਨੈਕਸਟ ਟੌਪਿਕ ਹੋਊਗਾ ਉਹ ਸਟਾਰਟ ਕਰਾਂਗੇ। ਦੇਖਦੀ ਹਾਂ ਮੈਂ ਕਿ ਪਹਿਲਾਂ ਯੂਨਿਟ 1 ਕੰਪਲੀਟ ਕਰਾ ਕੇ MCQ ਕਰਵਾਵਾਂ, ਕਿਉਂਕਿ ਮੈਂ ਨਾ ਹਲੇ ਆਪਣਾ ਜਿਹੜਾ MCQ ਦਾ ਮਟੀਰੀਅਲ ਹੈ ਮੈਂ ਹਲੇ ਉਹ ਤਿਆਰ ਨਹੀਂ ਕੀਤਾ ਹੈਗਾ, ਤਾਂ ਮੈਨੂੰ ਇਹ ਹੈ ਕਿ ਗੈਪ ਨਾ ਪਵੇ ਕੋਈ। ਇਸ ਤੋਂ ਬਾਅਦ ਦਾ ਦੇਖੋ ਯੂਨਿਟ 1 ਦੇ ਵਿੱਚ ਇਹਨਾਂ ਨੇ ਟੌਪਿਕ ਸਾਰੇ ਡਿਵੈਲਪਮੈਂਟ ਵਗੈਰਾ ਇਹਦੇ ਰਿਲੇਟਡ ਹੀ ਰੱਖੇ ਨੇ, ਹੈ ਨਾ। ਸਿਲੇਬਸ ਤੁਸੀਂ ਚੈੱਕ ਕਰ ਹੀ ਲਿਆ ਹੋਣਾ। ਤਾਂ ਮੈਨੂੰ ਇਹ ਆ ਵੀ ਜਿੰਨਾ ਟਾਈਮ ਮੈਂ ਹਲੇ MCQ ਵਗੈਰਾ ਤਿਆਰ ਕਰ ਰਹੀ ਹਾਂ ਕਿ ਉਹਨਾਂ ਟਾਈਮ ਜਿਹੜੇ ਟੌਪਿਕ ਨੇ ਆਪਾਂ ਉਹ ਕਵਰ ਕਰ ਲਈਏ। ਅਗਰ ਮੈਨੂੰ ਲੱਗਿਆ ਕਿ ਕਵਰ ਹੋ ਗਏ MCQ ਤਾਂ ਮੈਂ ਜ਼ਰੂਰ ਜਿਹੜੇ ਕਰਵਾ ਦੂੰ। ਵੈਸੇ ਮੈਂ ਇਸ ਤੋਂ ਨੈਕਸਟ ਜਿਹੜੀ ਵੀਡੀਓ ਹੋਊਗੀ ਉਹਦੇ ਵਿੱਚ ਆਪਾਂ ਸੋਸ਼ਲਾਈਜੇਸ਼ਨ ਜਿਹੜਾ ਟੌਪਿਕ ਆ ਉਹ ਸਟਾਰਟ ਕਰਾਂਗੇ। ਆਪਣੇ ਸਿਲੇਬਸ ਦੇ ਵਿੱਚ ਟਿਕ ਕਰ ਲਿਓ ਡਿਵੈਲਪਮੈਂਟ, ਸਟੇਜਸ ਆਫ ਗਰੋਥ ਐਂਡ ਡਿਵੈਲਪਮੈਂਟ, ਇਹ ਵੀ ਹੋ ਗਿਆ। ਉਹਦੇ ਉਮੀਦ ਹੈ ਜੀ ਸਾਡਾ ਪੜ੍ਹਾਇਆ ਹੋਇਆ ਤੁਹਾਨੂੰ ਸਮਝ ਆ ਰਿਹਾ ਹੋਣਾ। ਆਪਣੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਫ੍ਰੀ ਆਫ ਕਾਸਟ ਚੈਨਲ 'ਤੇ ਆਪਾਂ ਜਿਹੜੀ CDPO ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟ ਆ ਰਹੇ ਆ ਕੈਂਡੀਡੇਟ ਦੇ ਕਿ ਪਾਰਟ 2 ਵੀ ਜਿਹੜਾ ਤੁਸੀਂ ਸਟਾਰਟ ਕਰ ਦਿਓ ਨਾਲ ਦੀ ਨਾਲ। ਪਾਰਟ 2 ਦੇ ਵਿੱਚ ਮੈਂ ਰੀਜ਼ਨਿੰਗ ਵਗੈਰਾ, ਕੁਆਂਟੀਟਿਵ ਐਪਟੀਟਿਊਡ ਵਗੈਰਾ 'ਚੋਂ ਦੇਖ ਰਹੀ ਹਾਂ ਕਿ ਕਿਹੜਾ ਸਟਾਰਟ ਕਰਾਂ। 1-2 ਦਿਨ ਲੱਗ ਜਾਣਗੇ ਮੈਨੂੰ ਇਹ ਆ ਕਿ ਚਲੋ ਵੀ ਮੈਂ 1-2 ਵੀਡੀਓਜ਼ ਜਿਹੜੀਆਂ ਪਹਿਲਾਂ ਆਪਣੀਆਂ ਤਿਆਰ ਕਰਕੇ ਰੱਖਾਂ, ਤਾਂ ਜੋ ਅਗਰ ਜਿਵੇਂ ਹੁਣ ਕੱਲ੍ਹ ਵੀਡੀਓ ਅਪਲੋਡ ਨਹੀਂ ਹੋਈ, ਥੋੜ੍ਹੀ ਪ੍ਰੋਬਲਮ ਸੀ, ਮਤਲਬ ਅਪਲੋਡ ਨਹੀਂ ਕਰ ਸਕੇ। ਕਈ ਵਾਰੀ ਐਵੇਂ ਹੁੰਦਾ ਤਾਂ ਆਪਾਂ ਜੇ 1-2 ਵੀਡੀਓਜ਼ ਅੱਗੇ ਰੱਖਾਂਗੇ ਬਣਾ ਕੇ ਤਾਂ ਵੀਡੀਓ ਅਪਲੋਡ ਆਪਾਂ ਈਜ਼ਲੀ ਕਰ ਸਕਦੇ ਹਾਂ। ਬਾਕੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ, ਠੀਕ ਹੈ ਜੀ। ਅਤੇ ਜ਼ਰੂਰ ਆਪਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਪਾਰਟ 2 ਧਿਆਨ ਨਾਲ ਸੁਣ ਲਓ। ਕਦੇ ਵੀ ਕੁਛ ਤੁਸੀਂ ਪੜ੍ਹਦੇ ਹੋ ਨਾ ਥੋੜ੍ਹਾ ਵੇਸਟ ਨਹੀਂ ਜਾਂਦਾ। CDPO ਦੇ ਪੇਪਰ ਦੀ ਤਿਆਰੀ ਕਰਨ ਲੱਗੇ, ਥੋੜ੍ਹੀਆਂ ਜਿਹੀਆਂ ਪੋਸਟਾਂ ਨੇ, ਫਿਰ ਵੀ ਤੁਸੀਂ ਬਹੁਤ ਵਧੀਆ ਕਿ ਫੋਰਮ ਵਗੈਰਾ ਆਪਣਾ ਫਿਲ ਕੀਤਾ ਤਿਆਰੀ ਕਰਨ ਲੱਗੇ, ਹੈ ਨਾ। ਤਾਂ ਇਹ ਨਹੀਂ ਹੁੰਦਾ ਕਿ ਪੋਸਟਾਂ ਘੱਟ ਨੇ ਆਪਾਂ ਫੋਰਮ ਨਹੀਂ ਫਿਲ ਕਰਨਾ। ਫੋਰਮ ਫਿਲ ਕਰੋ, ਪੇਪਰ ਦੇ ਕੇ ਦੇਖੋ। ਚਲੋ ਮੰਨ ਕੇ ਚੱਲੋ ਜਿਹੜਾ ਪਾਰਟ A ਆ ਉਹਨੂੰ ਛੱਡ ਦਿਓ। ਪਾਰਟ 2 'ਚ ਰੀਜ਼ਨਿੰਗ, ਕੁਆਂਟੀਟਿਵ ਐਪਟੀਟਿਊਡ, ਉਹ ਤੋਂ ਬਿਨਾਂ ਹਿਸਟਰੀ। ਦੇਖੋ ਹੁਣ ਜਿਵੇਂ ਕਿੰਨੇ ਪੇਪਰ ਅੱਗੇ ਆਉਣੇ ਨੇ, ਕਲੈਰੀਕਲ ਵੈਕੈਂਸੀਜ਼ ਜਿਹੜੀਆਂ ਆਊਟ ਹੋਈਆਂ ਨੇ,
ਤੁਹਾਨੂੰ ਐਟਲੀਸਟ ਪਾਰਟ 2 'ਚ ਪਤਾ ਤਾਂ ਲੱਗੂਗਾ ਕਿ ਕਿਸ ਤਰ੍ਹਾਂ ਦੇ ਰੀਜ਼ਨਿੰਗ ਦੇ ਕੁਐਸਚਨ ਆਉਂਦੇ ਨੇ, ਕੁਆਂਟੀਟਿਵ ਐਪਟੀਟਿਊਡ ਦੇ, ਨਿਊਮੈਰੀਕਲ ਐਬਿਲਿਟੀ ਦੇ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ, ਕਿਉਂਕਿ ਸਿਲੇਬਸ ਜਿਹੜਾ ਰੀਜ਼ਨਿੰਗ ਦਾ ਹੁੰਦਾ ਇਹ ਸਾਰੀਆਂ ਦਾ ਸੇਮ ਹੀ ਹੁੰਦਾ। ਹਿਸਟਰੀ ਹੋ ਗਈ, ਕਰੰਟ ਅਫੇਅਰਸ ਹੋ ਗਏ, ਕਿ ਕਿਹੜੇ ਮਤਲਬ ਕਿ ਟੌਪਿਕ ਨੂੰ ਜ਼ਿਆਦਾ ਫੋਕਸ ਕੀਤਾ ਹੋਇਆ ਉਹਨਾਂ ਨੇ, ਕਿੰਨਾ ਜੋ ਆਪਾਂ ਨੂੰ 2 ਕੁਐਸਚਨ ਆਏ ਨੇ, ਕਿਹੜੇ ਟੌਪਿਕ 'ਚੋਂ 4 ਕੁਐਸਚਨ ਆਏ ਨੇ। ਜਿਹੜੇ ਮੂਹਰਲੇ ਐਗਜ਼ਾਮ ਨੇ ਨਾ ਤੁਹਾਡੇ, ਉਹਦੇ ਵਿੱਚ ਵੀ ਤੁਹਾਨੂੰ ਕੰਮ ਆਉਣਗੇ, ਕਿਉਂਕਿ ਪੰਜਾਬ ਗੌਰਮੈਂਟ ਦੀਆਂ ਜਿਹੜੀਆਂ ਇਹ ਜੋਬ ਹੁੰਦੀਆਂ ਨੇ ਨਾ, ਇੱਕ ਚੀਜ਼ ਨੋਟ ਕਰਿਓ, ਜਿਹੜਾ ਤੁਹਾਡਾ ਸਬਜੈਕਟ ਦਾ ਪੇਪਰ ਆ ਉਹਦੀ ਗੱਲ ਛੱਡ ਕੇ ਤੁਸੀਂ ਜਿਹੜਾ ਬਾਕੀ ਪੋਰਸ਼ਨ ਹੈ ਆਪਣੀ ਪੰਜਾਬੀ ਹੋ ਗਈ, ਇੰਗਲਿਸ਼ ਹੋ ਗਿਆ, ਇਹ ਸਾਰਾ ਕੁਝ ਤੁਹਾਨੂੰ ਸੇਮ ਦੇਖਣ ਨੂੰ ਮਿਲਦਾ। ਉਹੇ ਜੀ ਬਲੱਡ ਰਿਲੇਸ਼ਨ ਦੇ ਕੁਐਸਚਨ ਨੇ, ਠੀਕ ਹੈ, ਸੀਰੀਜ਼ 'ਚੋਂ ਮਿਸਿੰਗ ਟਰਮ ਵਾਲੇ ਕੁਐਸਚਨ ਨੇ। ਅਤੇ ਪਾਰਟ 2 ਸਟਾਰਟ ਕਰਵਾ ਦਿੰਦੇ 1-2 ਦਿਨ ਦੇ ਵਿੱਚ। ਤੁਹਾਨੂੰ ਜਿਹੜਾ ਇਹ ਸਿਲੇਬਸ ਸਾਰੇ ਕਿਤੇ ਕੰਮ ਆਊਗਾ ਪਾਰਟ 2। ਬਾਕੀ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਧੰਨਵਾਦ ਤੁਹਾਡਾ। ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।